ਸਵਾਗਤ ਕਰਦੇ ਹਾਂ ਜੀ ਤੁਹਾਡੇ ਹੀ YouTube ਚੈਨਲ ਅਮਨ ਐਜੂਕੇਸ਼ਨ ਦੇ ਉੱਪਰ। ਅੱਜ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਮਹੱਤਵਪੂਰਨ 50 ਪ੍ਰਸ਼ਨ ਆ ਜਿਹੜੇ ਉਹ ਹੱਲ ਕਰਾਂਗੇ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਭਾਗ ਪਹਿਲਾ ਇੱਕ ਵੀਡੀਓ ਆਪਾਂ ਪਹਿਲਾਂ ਬਣਾ ਚੁੱਕੇ ਹਾਂ। ਉਸ ਵੀਡੀਓ ਦੇ ਵਿੱਚ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਆਪਾਂ 50 ਪ੍ਰਸ਼ਨ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਸਿੱਖਾਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਆਪਾਂ 10 ਗੁਰੂ ਆ ਜਿਹੜੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਵੀਡੀਓਜ਼ ਬਣਾ ਚੁੱਕੇ ਹਾਂ। ਜਿਹੜੇ ਸਾਥੀਆਂ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਪਲੀਜ਼ ਜ਼ਰੂਰ ਉਹਨਾਂ ਵੀਡੀਓਜ਼ ਨੂੰ ਦੇਖ ਲੈਣ, ਅਤੇ ਜਿਹੜੇ ਸਾਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੀਆਂ ਜੋ ਵੀਡੀਓਜ਼ ਨੇ ਤੁਹਾਡੇ ਕੋਲੇ ਸਮੇਂ-ਸਮੇਂ 'ਤੇ ਪਹੁੰਚਦੀਆਂ ਰਹਿਣ। ਸੋ ਦੇਰੀ ਨਾ ਲਾਉਂਦੇ ਹੋਏ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਇਹ ਕਲਾਸ। ਹਰ ਇੱਕ ਪ੍ਰਸ਼ਨ ਦੇ 4 ਆਪਸ਼ਨ ਦਿੱਤੇ ਹੋਏ ਨੇ। ਆਪਾਂ ਸਮੇਂ ਦਾ ਧਿਆਨ ਰੱਖਦੇ ਹੋਏ ਸਿਰਫ ਜਿਹੜਾ ਕਰੈਕਟ ਆਨਸਰ ਹੋਵੇਗਾ ਉਸੇ ਦੀ ਹੀ ਗੱਲ ਕਰਾਂਗੇ। ਇਹ ਵੀਡੀਓ ਤੁਹਾਡੇ ਲਈ ਕਾਫੀ ਲਾਭਦਾਇਕ ਹੋਵੇਗੀ ਅਤੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖੋ। ਕਮੈਂਟ ਦੇ ਵਿੱਚ ਆਪਣੇ ਨੰਬਰ ਤੁਸੀਂ ਜ਼ਰੂਰ ਦੱਸਣੇ ਨੇ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। 50 ਪ੍ਰਸ਼ਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਲੜੀ ਨੂੰ ਜੋੜਨ ਦੇ ਵਾਸਤੇ ਜਿਹੜੇ ਸਾਥੀਆਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀਡੀਓ ਜ਼ਰੂਰ ਦੇਖ ਲਿਓ। ਅਤੇ 50 ਤੋਂ ਵੱਧ ਅੱਜ ਭਾਗ ਦੂਜੇ ਦੇ ਵਿੱਚ ਆਪਾਂ 51 ਨੰਬਰ ਕੁਐਸਚਨ ਆ ਜਿਹੜਾ ਉੱਥੋਂ ਸਟਾਰਟ ਕਰਦੇ ਹਾਂ। 51 ਨੰਬਰ ਪ੍ਰਸ਼ਨ ਦੇ ਵਿੱਚ ਸਾਨੂੰ ਕੀ ਪੁੱਛਿਆ ਗਿਆ ਗਾ, ਪੂਰਵ ਖਾਲਸਾ ਕਾਲ ਦਾ ਸਮਾਂ ਕਿਹੜਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ 2 ਭਾਗਾਂ ਦੇ ਵਿੱਚ ਵੰਡ ਕੇ ਵੇਖਦੇ ਹਾਂ, ਪੂਰਵ ਖਾਲਸਾ ਕਾਲ ਅਤੇ ਉੱਤਰ ਖਾਲਸਾ ਕਾਲ। ਪੂਰਵ ਖਾਲਸਾ ਕਾਲ ਉਹ ਸਮਾਂ ਗਾ ਜਿਹੜਾ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦਾ ਸਮਾਂ ਸੀ। ਉੱਤਰ ਖਾਲਸਾ ਕਾਲ ਉਹ ਸਮਾਂ ਹੋਵੇਗਾ ਜਿਹੜਾ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਦਾ ਸਮਾਂ ਸੀ। ਠੀਕ ਹੈ ਜੀ। ਅਤੇ ਪਹਿਲੇ ਸਮੇਂ ਨੂੰ ਅਸੀਂ ਇੱਦਾਂ ਦੇਖਣਾ ਕਿਉਂਕਿ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਲੈ ਕੇ ਨਹੀਂ ਅਸੀਂ ਗੱਲ ਕਰਾਂਗੇ। ਜਿਸ ਸਮੇਂ ਗੁਰੂ ਸਾਹਿਬ ਗੱਦੀ 'ਤੇ ਬੈਠਦੇ ਨੇ ਸਿੱਖਾਂ ਦੇ 10ਵੇਂ ਗੁਰੂ ਬਣਦੇ ਨੇ 1675 ਦੇ ਵਿੱਚ। ਠੀਕ ਹੈ ਜੀ। ਉਸ ਸਮੇਂ ਤੋਂ ਲੈ ਕੇ 1699 ਤੱਕ ਜਦੋਂ ਤੱਕ ਗੁਰੂ ਸਾਹਿਬ ਖਾਲਸਾ ਸਾਜਦੇ ਨੇ ਜਿਹੜਾ ਉਹ ਸਮਾਂ ਗਾ ਉਹਨੂੰ ਅਸੀਂ ਪੂਰਵ ਖਾਲਸਾ ਕਾਲ ਆਖਦੇ ਹਾਂ। 1699 ਤੋਂ ਲੈ ਕੇ ਗੁਰੂ ਸਾਹਿਬ ਦੇ ਸ਼ਹੀਦ ਹੋਣ ਤੱਕ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੱਕ 1708 ਤੱਕ ਦਾ ਜਿਹੜਾ ਸਮਾਂ ਹੋਵੇਗਾ ਉਹ ਉੱਤਰ ਖਾਲਸਾ ਕਾਲ ਦਾ ਸਮਾਂ ਅਖਵਾਵੇਗਾ। ਸੋ ਇਸ ਪ੍ਰਸ਼ਨ ਦਾ ਜਿਹੜਾ ਸਹੀ ਆਨਸਰ ਹੋਵੇਗਾ ਉਹ ਆਪਸ਼ਨ ਏ ਸਹੀ ਹੋਵੇਗਾ। 1675 ਤੋਂ 1699 ਤੱਕ। ਪ੍ਰਸ਼ਨ ਨੰਬਰ 52, ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਲੜਾਈ ਕਿਹੜੀ ਸੀ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਹੜੀਆਂ ਸੰਬੰਧਿਤ ਲੜਾਈਆਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਲੜਾਈ ਕਿਹੜੀ ਸੀ। ਇਹਦਾ ਜਿਹੜਾ ਸਹੀ ਆਨਸਰ ਹੋਵੇਗਾ ਜੀ ਉਹ ਹੋਵੇਗਾ ਭਗਾਣੀ ਦੀ ਲੜਾਈ। ਭਗਾਣੀ ਦਾ ਯੁੱਧ ਆ ਜਿਹੜਾ ਗੁਰੂ ਸਾਹਿਬ ਦਾ ਪਹਿਲਾ ਯੁੱਧ ਸੀਗਾ। ਇਹ ਬਹੁਤ ਹੀ ਇੰਪੋਰਟੈਂਟ ਆ ਕੁਐਸਚਨ, ਇਹਨੂੰ ਧਿਆਨ ਦੇ ਵਿੱਚ ਰੱਖਣਗਾ ਭਗਾਣੀ ਦੀ ਲੜਾਈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 53, ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਲੜਾਈ ਕਿਹਨਾਂ ਦੇ ਵਿਰੁੱਧ ਸੀ। ਕਹਿਣ ਦਾ ਮਤਲਬ ਗੁਰੂ ਸਾਹਿਬ ਦਾ ਜਿਹੜਾ ਪਹਿਲਾ ਯੁੱਧ ਸੀਗਾ ਜਿਹੜੀ ਦੂਜੀ ਧਿਰ ਸੀਗੀ ਗੁਰੂ ਸਾਹਿਬ ਦੇ ਨਾਲ ਉਹ ਕੌਣ ਸੀਗੇ, ਕਿਹਨਾਂ ਦੇ ਵਿਰੁੱਧ ਇਹ ਲੜਾਈ ਸੀਗੀ। ਠੀਕ ਹੈ ਜੀ। ਮੁਗਲਾਂ ਵਿਰੁੱਧ, ਹਿੰਦੂਆਂ ਵਿਰੁੱਧ, ਪਹਾੜੀ ਰਾਜਿਆਂ ਵਿਰੁੱਧ ਜਾਂ ਰਾਜਪੂਤਾਂ ਵਿਰੁੱਧ। ਜਿਹੜਾ ਇਹਦਾ ਸਹੀ ਆਨਸਰ ਹੋਵੇਗਾ ਨਾ ਪਹਾੜੀ ਰਾਜਿਆਂ ਦੇ ਵਿਰੁੱਧ ਸੀ। ਜਿਹੜੀਆਂ ਮੁਗਲਾਂ ਦੇ ਨਾਲ ਗੁਰੂ ਸਾਹਿਬ ਦੀਆਂ ਲੜਾਈਆਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਹੁੰਦੀਆਂ ਨੇ। ਜਿੰਨੀ ਵਿਰੋਧਤਾ ਪਹਾੜੀ ਰਾਜਿਆਂ ਨੇ ਕੀਤੀ ਆ ਉਨੀ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਮੁਗਲਾਂ ਨੇ ਇਹਨੂੰ ਵਿਰੋਧਤਾ ਕੀਤੀ ਹੋਣੀ ਆ। ਬਾਅਦ ਦੇ ਵਿੱਚ ਚਾਹੇ ਸੰਬੰਧ ਸੀ ਜਿਹੜੇ ਉਹ ਗੁਰੂ ਸਾਹਿਬ ਦੇ ਮੁਗਲਾਂ ਦੇ ਨਾਲ ਆਪਸੀ ਜਿਹੜਾ ਟਕਰਾਓ ਵੱਧਦਾ ਰਿਹਾ ਹੈਗਾ, ਪਰ ਪਹਾੜੀ ਰਾਜਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਖੜੀਆਂ ਕੀਤੀਆਂ ਸਨ। ਸੋ ਭਗਾਣੀ ਦੀ ਲੜਾਈ ਹੈ ਜਿਹੜੀ ਕਿਹਨਾਂ ਦੇ ਨਾਲ ਸੀਗੀ, ਪਹਾੜੀ ਰਾਜਿਆਂ ਦੇ ਵਿਰੁੱਧ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 54 ਨੰਬਰ ਪ੍ਰਸ਼ਨ, ਭਗਾਣੀ ਦੀ ਲੜਾਈ ਕਦੋਂ ਹੋਈ। ਠੀਕ ਹੈ ਜੀ। ਕਿਹੜੇ ਸਮੇਂ ਦੇ ਵਿੱਚ ਹੁੰਦੀ ਹੈ, ਕਿਹੜੇ ਸਾਲ 'ਚ ਹੁੰਦੀ ਹੈ। ਸਤੰਬਰ 1688 ਦੇ ਵਿੱਚ ਇਹ ਲੜਾਈ ਹੁੰਦੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਪਹਾੜੀ ਰਾਜਿਆਂ ਦਾ ਮੁਖੀ ਕੌਣ ਸੀ। ਪ੍ਰਸ਼ਨ ਨੰਬਰ 55 ਦੇ ਵਿੱਚ ਪੁੱਛਿਆ ਗਿਆ ਗਾ ਕਿ ਜਦੋਂ ਗੁਰੂ ਸਾਹਿਬ ਦੀ ਲੜਾਈ ਹੁੰਦੀ ਹੈ ਨਾ ਭਗਾਣੀ ਦੀ ਲੜਾਈ ਤਾਂ ਪਹਾੜੀ ਰਾਜਿਆਂ ਦਾ ਜਿਹੜਾ ਮੁਖੀ ਸੀ ਉਹ ਕੌਣ ਸੀਗਾ। ਉਹ ਸੀਗਾ ਜੀ ਭੀਮ ਚੰਦ। ਠੀਕ ਹੈ, ਰਾਜਾ ਭੀਮ ਚੰਦ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ। ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਤੋਂ ਕੀ ਪੁੱਛਿਆ ਗਾ, ਭਗਾਣੀ ਦੀ ਲੜਾਈ ਦਾ ਕਾਰਨ ਕੀ ਰਿਹਾ ਗਾ। ਠੀਕ ਹੈ। ਜਿਹੜਾ ਪਹਿਲਾ ਯੁੱਧ ਸੀਗਾ ਉਹਦਾ ਰੀਜ਼ਨ ਕੀ ਸੀ, ਕਾਰਨ ਕੀ ਸੀ। ਸਫੇਦ ਹਾਥੀ ਸੀ, ਗੁਰੂ ਸਾਹਿਬ ਦੀ ਸੈਨਾ ਦੀ ਸਿਖਲਾਈ ਸੀ, ਮੁਗਲਾਂ ਦਾ ਪਹਾੜੀ ਰਾਜਿਆਂ ਨੂੰ ਭੜਕਾਉਣਾ ਸੀ। ਠੀਕ ਹੈ ਜੀ। ਦੇਖੋ ਇਹ ਤਿੰਨੇ ਆਪਸ਼ਨਾਂ ਜਿਹੜੇ ਇਹ ਠੀਕ ਹੋਣਗੇ। ਗੁਰੂ ਸਾਹਿਬ ਦੇ ਕੋਲੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਇੱਕ ਸਫੇਦ ਹਾਥੀ ਸੀਗਾ
ਤੇ ਜਿਹੜਾ ਪਹਾੜੀ ਰਾਜੇ ਸੀਗੇ ਭੀਮ ਚੰਦ, ਉਹ ਗੁਰੂ ਸਾਹਿਬ ਤੋਂ ਹਾਥੀ ਦੀ ਮੰਗ ਕਰਦਾ ਸੀ। ਗੁਰੂ ਸਾਹਿਬ ਨੇ ਉਹ ਹਾਥੀ ਦੇਣ ਤੋਂ ਮਨਾ ਕਰਤਾ ਸੀ। ਬਾਕੀ ਗੁਰੂ ਸਾਹਿਬ ਸੀ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੀ ਚੜ੍ਹਤਾ ਜਿਹੜੀ ਉਹ ਵੱਧ ਰਹੀ ਸੀ। ਸੈਨਾ ਦੇ ਵਿੱਚ ਵੱਡੀ ਪੱਧਰ 'ਤੇ ਜਿਹੜੇ ਸਿੱਖ ਸੀਗੇ ਉਹ ਉਹਨਾਂ ਦੇ ਸ਼ਾਮਲ ਹੋ ਰਹੇ ਸੀ। ਅਤੇ ਬਾਕੀ ਜਿਹੜੇ ਉਸ ਸਮੇਂ ਦੇ ਵਿੱਚ ਮੁਗਲ ਸੀ, ਮੁਗਲਾਂ ਦਾ ਵੀ ਪਹਾੜੀ ਰਾਜਿਆਂ ਨੂੰ ਭੜਕਾਇਆ ਜਾ ਰਿਹਾ ਸੀਗਾ, ਹੈ ਨਾ। ਇਹਨਾਂ ਕਾਰਨਾਂ ਕਰਕੇ ਫਿਰ ਗੁਰੂ ਸਾਹਿਬ ਨਾਲ ਜਿਹੜਾ ਭਗਾਣੀ ਦਾ ਯੁੱਧ ਆ ਉਹ ਹੁੰਦਾ ਹੈਗਾ। ਅਤੇ ਇਹਦੇ ਵਿੱਚ ਅਸੀਂ ਆਪਸ਼ਨ ਜਿਹੜੀ ਡੀ ਹੈਗੀ ਉਹਨੂੰ ਸਹੀ ਮੰਨਾਂਗੇ। ਆਪਸ਼ਨ ਡੀ ਸਹੀ ਹੋਵੇਗਾ ਜੀ। ਭਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਠੀਕ ਹੈ ਜੀ। ਦੇਖੋ ਹੁਣ ਜਦੋਂ ਭਗਾਣੀ ਦੀ ਲੜਾਈ ਹੁੰਦੀ ਆ ਤਾਂ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਕੌਣ ਦਿੰਦਾ ਗਾ? ਪੀਰ ਬੁੱਧੂ ਸ਼ਾਹ, ਬੀਬੀ ਵੀਰੋ ਦੇ ਪੁੱਤਰ, ਜਾਂ ਸਾਰੇ ਠੀਕ ਹਨ। ਦੇਖੋ ਜਿਹੜਾ ਇਹਦੇ ਵਿੱਚ ਆਪਸ਼ਨ ਡੀ ਹੈ ਇਹ ਸਹੀ ਹੋਵੇਗਾ, ਕਿਉਂਕਿ ਜਿਹੜੇ ਇਹ ਸਾਰੇ ਹੀ ਨਾ, ਪੀਰ ਬੁੱਧੂ ਸ਼ਾਹ ਜਿਹੜਾ ਇਹ ਵੀ ਗੁਰੂ ਸਾਹਿਬ ਦੀ ਮਦਦ ਲਈ ਆਉਂਦਾ ਗਾ। ਬੀਬੀ ਵੀਰੋ ਅਤੇ ਬੀਬੀ ਵੀਰੋ ਦੇ 5 ਸਪੁੱਤਰ ਸੀਗੇ ਜਿਹੜੇ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਲਈ ਆਉਂਦੇ ਨੇ। ਅਤੇ ਜਿਹੜੀ ਇਹ ਬੀਬੀ ਵੀਰੋ ਆ ਇਹ ਵੀ ਧਿਆਨ ਦੇ ਵਿੱਚ ਰੱਖਣਾ ਗਾ ਆਪਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਸੀ। ਸੋ ਇੱਦਾਂ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਹਨਾਂ ਦੇ ਨਾਲ ਕੀ ਰਿਸ਼ਤਾ ਬਣ ਜਾਂਦਾ ਗਾ? ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਸ਼ਤਾ ਇਹਨਾਂ ਦਾ ਕੀ ਬਣ ਜਾਂਦਾ ਗਾ? ਭੂਆ ਦਾ ਰਿਸ਼ਤਾ ਬਣ ਜਾਂਦਾ ਗਾ। ਠੀਕ ਹੈ ਜੀ। ਕਿਉਂਕਿ ਗੁਰੂ ਤੇਗ ਬਹਾਦਰ ਜੀ ਸੀਗੇ ਜਿਹੜੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸੀਗੇ, ਅਤੇ ਬੀਬੀ ਵੀਰੋ ਹੈ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਕੀ ਸੀ? ਭੈਣ ਸੀ। ਠੀਕ ਹੈ। ਇਹ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਗਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ। ਇਹਦਾ ਆਪਸ਼ਨ ਡੀ ਸਹੀ ਹੋਵੇਗਾ। ਇਹਨਾਂ ਤਿੰਨਾਂ ਨੇ ਹੀ ਗੁਰੂ ਸਾਹਿਬ ਦੀ ਜਿਹੜੀ ਮਦਦ ਆ ਭਗਾਣੀ ਦੀ ਲੜਾਈ ਵਿੱਚ ਕੀਤੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਇੱਕ ਤੁਹਾਡੇ ਲਈ ਹੋਰ ਜਾਣਕਾਰੀ ਹੈ, ਇੱਕ ਵਟਸਐਪ ਗਰੁੱਪ ਆ ਜਿਹੜਾ ਅਸੀਂ ਉਹ ਸ਼ੁਰੂ ਕੀਤਾ ਹੋਇਆ ਗਾ, ਜਿਹਦੇ ਵਿੱਚ SST ਮਾਸਟਰ ਕੇਡਰ ਦੇ ਵਾਸਤੇ ਜਿਹੜੇ ਸਾਥੀ ਤਿਆਰੀ ਕਰ ਰਹੇ ਨੇ। ਹਰ ਰੋਜ਼ ਹੀ 2 ਟੈਸਟ ਆ ਜਿਹੜੇ, ਇੱਕ ਪੋਲੀਟੀਕਲ ਸਾਇੰਸ ਅਤੇ ਇੱਕ ਹਿਸਟਰੀ ਦੇ ਨਾਲ ਸੰਬੰਧਿਤ ਸਿਲੇਬਸ ਦੇ ਅਕੋਰਡਿੰਗ ਲੈ ਜਾਂਦੇ ਨੇ। ਅਤੇ ਜਿਹੜੇ ਸਾਥੀ ਉਸ ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਨੇ, ਹੈ ਨਾ, ਉਹ ਜ਼ਰੂਰ ਹੀ ਕੰਟੈਕਟ ਕਰ ਲੈਣ ਇਸ ਦਿੱਤੇ ਹੋਏ ਨੰਬਰ 'ਤੇ 98 776 38 309। ਚਲੋ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਅਗਲਾ ਪ੍ਰਸ਼ਨ ਹੈਗਾ ਜੀ ਸਾਡੇ ਕੋਲ, ਨਦੌਣ ਦੀ ਲੜਾਈ ਕਦੋਂ ਹੁੰਦੀ ਹੈ? ਠੀਕ ਹੈ। ਨਦੌਣ ਦੀ ਲੜਾਈ ਕਦੋਂ ਹੁੰਦੀ ਹੈ? ਦੇਖੋ ਪਹਿਲੀ ਲੜਾਈ ਸੀ ਜਿਹੜੀ ਭਗਾਣੀ ਦੀ ਹੋ ਜਾਂਦੀ ਹੈ, ਉਸ ਤੋਂ ਬਾਅਦ 1690 ਦੇ ਵਿੱਚ ਨਦੌਣ ਦੀ ਲੜਾਈ ਹੁੰਦੀ ਹੈ। ਠੀਕ ਹੈ। ਨਦੌਣ ਦੀ ਲੜਾਈ ਸਮਝ ਲੈਣਾ ਆਪਾਂ ਇਹਨੂੰ, ਕਿਉਂ ਹੋ ਸੀ, ਕਾਰਨ ਕੀ ਸੀਗਾ ਇਹਦਾ। ਅਤੇ ਅਗਲੇ ਪ੍ਰਸ਼ਨ ਨੂੰ ਆਪਾਂ ਪਹਿਲਾਂ ਦੇਖ ਲਈਏ, ਫਿਰ ਆਪਾਂ ਇਸ ਦੀ ਗੱਲ ਕਰਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਆਪਣੇ ਕੋਲੋਂ ਕੀ ਪੁੱਛਿਆ ਹੈਗਾ? ਨਦੌਣ ਦੀ ਲੜਾਈ ਕਿਹਨਾਂ ਵਿਰੁੱਧ ਸੀ? ਮੁਗਲਾਂ ਵਿਰੁੱਧ ਸੀ, ਪਹਾੜੀ ਰਾਜਿਆਂ ਵਿਰੁੱਧ ਸੀ, ਹਿੰਦੂਆਂ ਵਿਰੁੱਧ ਸੀ, ਜਾਂ ਰਾਜਪੂਤਾਂ ਵਿਰੁੱਧ? ਦੇਖੋ ਇਹ ਮੁਗਲਾਂ ਦੇ ਵਿਰੁੱਧ ਸੀ। ਹੁਣ ਆਪਾਂ ਇਹ ਗੱਲ ਕਰਦੇ ਹਾਂ, ਜਿਹੜੀ ਨਦੌਣ ਦੀ ਲੜਾਈ ਹੈ ਨਾ, ਅਸਲ ਦੇ ਵਿੱਚ ਜਿਹੜੇ ਪਹਾੜੀ ਰਾਜੇ ਸੀ ਨਾ, ਇਹ ਔਰੰਗਜ਼ੇਬ ਨੂੰ ਆਪਣਾ ਘਰ ਭੇਜਦੇ ਹੁੰਦੇ ਸੀ। ਠੀਕ ਹੈ। ਟੈਕਸ ਕਹਿ ਲਈਏ, ਘਰ ਕਹਿ ਲਈਏ, ਇਹ ਭੇਜਦੇ ਹੁੰਦੇ ਸੀ। ਪਰ ਉਹਨਾਂ ਸਮੇਂ ਦੇ ਵਿੱਚ, ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ, ਤਾਂ ਪਹਾੜੀ ਰਾਜਿਆਂ ਨੇ ਮੁਗਲ ਬਾਦਸ਼ਾਹ ਨੂੰ ਟੈਕਸ ਨਹੀਂ ਭੇਜਿਆ ਸੀ। ਅਤੇ ਜਦੋਂ ਮੁਗਲ ਬਾਦਸ਼ਾਹ ਨੂੰ ਪਤਾ ਲੱਗਦਾ ਕਿ ਪੰਜਾਬ ਵਾਲੀ ਸਾਈਡ ਤੋਂ ਟੈਕਸ ਆਉਂਦਾ ਸੀ ਜਿਹੜਾ ਪਹਾੜੀ ਰਾਜਿਆਂ ਵੱਲੋਂ, ਉਹ ਨਹੀਂ ਆਇਆ, ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਇੱਕ ਸੈਨਾ ਜਿਹੜੀ ਉਹ ਤਿਆਰ ਕੀਤੀ ਆ। ਕਿਹਨਾਂ ਦੇ ਵਿਰੁੱਧ? ਪਹਾੜੀ ਰਾਜਿਆਂ ਦੇ ਵਿਰੁੱਧ। ਜਦੋਂ ਪਹਾੜੀ ਰਾਜਿਆਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਆਉਂਦੇ ਨੇ ਫਰਿਆਦ ਲੈ ਕੇ ਕਿ ਤੁਸੀਂ ਮੁਗਲਾਂ ਦੀ ਸੈਨਾ ਦੇ ਵਿਰੁੱਧ ਸਾਡੀ ਮਦਦ ਕਰੋ। ਠੀਕ ਹੈ। ਹਾਲਾਂਕਿ ਇਹ ਇੱਕ ਉਹਨਾਂ ਦੀ ਚਾਲ ਸੀਗੀ, ਆਪਣੀ ਮਤਲਬ ਕਿ ਆਪਣੇ ਬਚਾਓ ਦੇ ਵਾਸਤੇ ਗੁਰੂ ਸਾਹਿਬ ਦੇ ਨਾਲ ਉਹ ਇੱਕ ਸਮਝੌਤਾ ਅਤੇ ਫਰਿਆਦ ਲੈ ਕੇ ਜਾਂਦੇ ਨੇ। ਫਿਰ ਨਦੌਣ ਦੀ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੀ ਜਿਹੜੀ ਹੈਲਪ ਆ ਉਹ ਕਰਦੇ ਨੇ, ਅਤੇ ਇਹਦੇ ਵਿੱਚ ਗੁਰੂ ਸਾਹਿਬ ਆ ਜਿਹੜੇ ਉਹ ਜੇਤੂ ਹੁੰਦੇ ਨੇ। ਅਗਲੀ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਆਪਾਂ। ਦੇਖੋ ਅੱਗੇ ਹੈਗਾ ਖਾਨਜ਼ਾਦਾ ਰੁਸਤਮਾ ਖਾਂ ਮੁਹਿੰਮ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਭੇਜੀ ਗਈ। ਦੇਖੋ ਇਹਦਾ ਪਤਾ ਕੀ ਹੈ, ਖਾਨਜ਼ਾਦਾ ਰੁਸਤਮਾ ਖਾਂ ਨਾ, ਇਹਦੇ ਵਿੱਚ ਇਹ ਚੀਜ਼ ਹੈ, ਜਦੋਂ ਨਦੌਣ ਦੀ ਲੜਾਈ ਦੇ ਵਿੱਚ ਜਿਹੜੀ ਮੁਗਲ ਸੈਨਾ ਆਈ ਸੀਗੀ ਪਹਾੜੀ ਰਾਜਿਆਂ ਦੇ ਵਿਰੁੱਧ, ਜਦੋਂ ਉਹ ਹਾਰ ਕੇ ਵਾਪਸ ਚਲੇ ਜਾਂਦੇ ਨੇ, ਅਤੇ ਜਦੋਂ ਔਰੰਗਜ਼ੇਬ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈਗਾ ਵੀ ਮੇਰੀ ਸੈਨਾ ਹਾਰ ਕੇ ਵਾਪਸ ਆ ਗਈ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਪਹਾੜੀ ਰਾਜਿਆਂ ਦੀ ਹੈਲਪ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਆ, ਤਾਂ ਉਹ ਗੁੱਸੇ ਦੇ ਵਿੱਚ ਆਉਂਦਾ ਗਾ, ਅਤੇ ਫਿਰ ਉਹ ਇੱਕ ਫੈਸਲਾ ਕਰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਮੱਥਾ ਲਾਇਆ ਜਾਵੇ, ਉਹਨਾਂ ਨੂੰ ਵੀ ਹਰਾਇਆ ਜਾਵੇ। ਤਾਂ ਫਿਰ 1694 ਦੇ ਵਿੱਚ ਖਾਨਜ਼ਾਦਾ ਰੁਸਤਮਾ ਖਾਂ ਇੱਕ ਮਤਲਬ ਕਿ ਮਹਾਨ ਸੈਨਿਕ ਹੈਗਾ ਜਿਹੜਾ, ਹੈ ਨਾ, ਉਹਦੇ ਅੰਡਰ ਇੱਕ ਆਰਮੀ ਹੈ ਜਿਹੜੀ ਫੌਜ ਆ ਉਹ ਭੇਜੀ ਜਾਂਦੀ ਹੈ ਗੁਰੂ ਸਾਹਿਬ ਦੇ ਵਿਰੁੱਧ, ਅਤੇ ਗੁਰੂ ਸਾਹਿਬ ਫਿਰ ਇਸ ਮੁਹਿੰਮ ਦੇ ਵਿੱਚ ਇਸ ਮੁਹਿੰਮ ਨੂੰ ਵੀ ਹਰਾ ਦਿੰਦੇ ਨੇ। ਠੀਕ ਹੈ ਜੀ। ਖਾਨਜ਼ਾਦਾ ਰੁਸਤਮਾ ਖਾਂ ਦੇ ਅੰਡਰ ਜਿਹੜੀ ਮੁਹਿੰਮ ਆਉਂਦੀ ਆ, ਕਦੋਂ ਆਉਂਦੀ ਆ? 1694 ਦੇ ਵਿੱਚ। ਠੀਕ ਹੈ। ਇਹ ਮੁਹਿੰਮ ਆ ਜਿਹੜੀ ਇਹ ਵੀ ਅਸਫਲ ਹੋ ਕੇ ਵਾਪਸ ਜਾਂਦੀ ਹੈ, ਗੁਰੂ ਸਾਹਿਬ ਜੇਤੂ ਰਹਿੰਦੇ ਨੇ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖਦੇ ਆਪਾਂ, ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਹੁਸੈਨ ਖਾਂ ਦੀ ਮੁਹਿੰਮ ਆਈ। ਫਿਰ ਜਦੋਂ ਰੁਸਤਮਾ ਖਾਂ ਹਾਰ ਕੇ ਚਲਾ ਜਾਂਦਾ ਤਾਂ ਔਰੰਗਜ਼ੇਬ ਫਿਰ ਇੱਕ ਮੁਹਿੰਮ ਭੇਜਦਾ ਗਾ। ਠੀਕ ਹੈ। 94 ਤੋਂ ਬਾਅਦ ਫਿਰ ਅਗਲੇ ਸਾਲ ਆਉਂਦੀ ਹੈਗੀ, ਕਿਹੜੇ ਸਾਲ? 95 ਦੇ ਵਿੱਚ। ਠੀਕ ਆ। ਉਹ ਵੀ ਫਿਰ ਗੁਰੂ ਸਾਹਿਬ ਦੇ ਮਤਲਬ ਕਿ ਕੁਝ ਨਹੀਂ ਕਰ ਸਕੇ ਗੁਰੂ ਸਾਹਿਬ ਦਾ, ਉਹ ਵੀ ਹਾਰ ਕੇ ਵਾਪਸ ਚਲੀ ਜਾਂਦੀ ਹੈ ਉਹ ਮੁਹਿੰਮ ਵੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ।
ਸਹਿਜਾਦਾ ਮੁਅੱਜ਼ਮ ਦੀ ਮੁਹਿੰਮ, ਠੀਕ ਹੈ, ਇਹ ਵੀ ਗੁਰੂ ਸਾਹਿਬ ਦੇ ਵਿਰੁੱਧ ਆਈ ਹੈਗੀ। 94 95 96 ਆਪਾਂ ਇਹ ਤਿੰਨੇ ਸਾਲ ਆ ਜਿਹੜੇ ਯਾਦ ਰੱਖਣੇ। ਇਹ ਮੁਹਿੰਮ ਕਦੋਂ ਆਉਂਦੀ ਹੈ? 1696 ਦੇ ਵਿੱਚ ਆਉਂਦੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਆਪਾਂ। ਇਹ ਜਿਹੜੇ ਆਪਾਂ ਲੜਾਈਆਂ ਦੀ ਗੱਲ ਕਰ ਚੁੱਕੇ ਹਾਂ, ਹੈ ਨਾ, ਭਗਾਣੀ ਦੀ ਲੜਾਈ ਹੈ, ਨਦੌਣ ਦੀ ਲੜਾਈ ਹੈ, ਉਸ ਤੋਂ ਬਾਅਦ ਜਿਹੜੀਆਂ ਤਿੰਨ ਮੁਹਿੰਮਾਂ ਆਉਂਦੀਆਂ ਨੇ ਇਹ ਪੂਰਵ ਖਾਲਸਾ ਕਾਲ ਦੇ ਵਿੱਚ ਆ ਜਾਂਦੀਆਂ ਨੇ। ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੇ ਜਿਹੜੇ ਯੁੱਧ ਕਹਿ ਲਈਏ ਉਹ ਨੇ ਇਹ, ਠੀਕ ਹੈ। ਫਿਰ ਉਸ ਤੋਂ ਬਾਅਦ ਕਿਹੜਾ ਪੜਾਅ ਆਉਂਦਾ ਗਾ? ਫਿਰ ਆਪਾਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ, ਠੀਕ ਹੈ। ਬੜਾ ਹੀ ਇੰਪੋਰਟੈਂਟ ਕੁਐਸਚਨ ਆ, ਬਹੁਤ ਹੀ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਇਹ, ਠੀਕ ਹੈ। ਸਿੰਪਲ ਵੀ ਹੈ ਪਰ ਕਈ ਵਾਰੀ ਜਿਹੜੇ ਸਾਥੀ ਨਵੀਂ ਤਿਆਰੀ ਸ਼ੁਰੂ ਕਰਨ ਲੱਗਦੇ ਨੇ ਨਾ ਉਹਨਾਂ ਲਈ ਕਈ ਵਾਰੀ ਕੁਐਸਚਨ ਇਹ ਨਵਾਂ ਨਹੀਂ ਹੁੰਦਾ। ਅਤੇ ਇਹਦਾ ਜਿਹੜਾ ਸਹੀ ਆਨਸਰ ਕਿਹੜਾ ਹੋਵੇਗਾ? ਉਹ ਹੋਵੇਗਾ 1699 ਦੇ ਵਿੱਚ, ਠੀਕ ਹੈ ਜੀ। 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਜਿਹੜੀ ਉਹ ਕੀਤੀ ਗਈ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ। ਪ੍ਰਸ਼ਨ ਨੰਬਰ 64, ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ਗਈ? ਹੁਣ ਆਪਾਂ ਉਹ ਜਗ੍ਹਾ ਦੱਸਣੀ ਹੈ ਕਿਹੜੀ ਜਗ੍ਹਾ 'ਤੇ ਹੋਈ ਹੈਗੀ ਖਾਲਸਾ ਪੰਥ ਦੀ ਸਾਜਨਾ। 4 ਆਪਸ਼ਨ ਨੇ, ਪਟਨਾ ਸਾਹਿਬ, ਦਮਦਮਾ ਸਾਹਿਬ, ਅਨੰਦਪੁਰ ਸਾਹਿਬ ਜਾਂ ਪਾਉਂਟਾ ਸਾਹਿਬ, ਠੀਕ ਹੈ। ਅਤੇ ਇੱਥੇ ਫਿਰ ਸਹੀ ਆਨਸਰ ਕਿਹੜਾ ਹੋਵੇਗਾ? ਅਨੰਦਪੁਰ ਸਾਹਿਬ ਹੋਵੇਗਾ, ਹੈ ਨਾ। ਕੇਸਗੜ੍ਹ ਸਾਹਿਬ ਕਹਿ ਦਿੰਦੇ ਅਸੀਂ ਜਿਨ੍ਹਾਂ ਨੂੰ। ਇੱਥੇ ਆਪਾਂ ਇੱਕ ਗੱਲ ਕਰ ਲੈਂਦੇ ਹਾਂ ਥੋੜ੍ਹੀ ਜਿਹੀ। ਜਿਹੜੇ ਇਹ 4 ਸਥਾਨ ਦਿੱਤੇ ਸੀ, ਪਟਨਾ ਸਾਹਿਬ ਦੇ ਨਾਲ ਗੁਰੂ ਸਾਹਿਬ ਦਾ ਸੰਬੰਧ ਕੀ ਸੀ? ਗੁਰੂ ਸਾਹਿਬ ਦਾ ਬਚਪਨ ਬੀਤਿਆ ਉੱਥੇ, 5 ਸਾਲ ਬੀਤੇ ਨੇ ਉਹਨਾਂ ਦੇ। ਆਪਣਾ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਪਟਨਾ ਸਾਹਿਬ। ਦਮਦਮਾ ਸਾਹਿਬ ਗੁਰੂ ਸਾਹਿਬ ਜਦੋਂ ਆਪਣਾ ਅਖੀਰਲਾ ਸਮਾਂ, ਜਦੋਂ ਲੜਾਈਆਂ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਸਰਬੰਸ ਸਾਰਾ ਵਾਰਿਆ ਜਾਂਦਾ ਤਾਂ ਫਿਰ ਅਖੀਰ ਦੇ ਵਿੱਚ ਦਮਦਮਾ ਸਾਹਿਬ ਆ ਕੇ ਕਾਫੀ ਲੰਮਾ ਸਮਾਂ ਬਤੀਤ ਕਰਦੇ ਨੇ। ਲਗਭਗ 9 ਮਹੀਨਿਆਂ ਦਾ ਸਮਾਂ ਜਿਹੜਾ ਉਹ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਕਹਿ ਦਿੰਦੇ ਆ ਜਿਨ੍ਹਾਂ ਨੂੰ, ਬਠਿੰਡਾ ਜ਼ਿਲ੍ਹੇ ਦੇ ਵਿੱਚ, ਉੱਥੇ ਬਤੀਤ ਕਰਦੇ ਨੇ ਇਹ ਦਮਦਮਾ ਸਾਹਿਬ। ਅਤੇ ਪਾਉਂਟਾ ਸਾਹਿਬ ਉਹ ਜਗ੍ਹਾ ਗਈ ਜਿੱਥੇ ਗੁਰੂ ਸਾਹਿਬ ਨੇ ਆਪਣੀਆਂ ਸ਼ੁਰੂਆਤੀ ਜਿਹੜਾ ਸਰਗਰਮੀਆਂ ਸੀ, ਉਹ ਚਾਹੇ ਸਾਹਿਤਕ ਸਰਗਰਮੀਆਂ ਦੀ ਗੱਲ ਕਰ ਲਈਏ, ਚਾਹੇ ਸੈਨਿਕ ਸਰਗਰਮੀਆਂ ਦੀ ਗੱਲ ਕਰ ਲਈਏ, ਪਾਉਂਟਾ ਸਾਹਿਬ ਉਹ ਜਗ੍ਹਾ ਗਈ। ਪਾਉਂਟਾ ਸਾਹਿਬ 1685 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਜਗ੍ਹਾ ਗਈ ਜਿਹੜੀ ਗੁਰੂ ਸਾਹਿਬ ਨੇ ਉੱਥੇ ਸਥਾਪਿਤ ਕੀਤੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ। ਖਾਲਸਾ ਪੰਥ ਵਿੱਚ ਕਿੰਨੇ ਪਿਆਰਿਆਂ ਦਾ ਜ਼ਿਕਰ ਆਉਂਦਾ ਹੈ? ਠੀਕ ਹੈ ਜੀ, ਸਿੰਪਲ ਜਿਹਾ ਕੁਐਸਚਨ ਆ। ਕਿੰਨੇ ਪਿਆਰੇ? 5 ਪਿਆਰਿਆਂ ਦੀ ਗੱਲ ਹੈਗੀ ਹੈ ਜੀ, ਹੈ ਨਾ। ਅਤੇ 4 ਸਾਹਿਬਜ਼ਾਦੇ, ਹੈ ਨਾ। ਇਹਨਾਂ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਗਾ। ਅਗਲਾ ਪ੍ਰਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ ਕੀ ਅਖਵਾਏ? 4 ਆਪਸ਼ਨ ਨੇ, ਸੰਤ ਸਿਪਾਹੀ, ਆਪੇ ਗੁਰ ਚੇਲਾ, ਹਿੰਦ ਦੀ ਚਾਦਰ, ਸ਼ਹੀਦਾਂ ਦੇ ਸਿਰਤਾਜ। ਜਿਹੜਾ ਇਹਦੇ ਵਿੱਚੋਂ ਸਹੀ ਆਨਸਰ ਹੋਵੇਗਾ ਉਹ ਹੋਵੇਗਾ ਆਪਸ਼ਨ ਬੀ, ਆਪੇ ਗੁਰ ਚੇਲਾ, ਹੈ ਨਾ। ਆਪੇ ਗੁਰ ਚੇਲਾ ਕਿਉਂ ਕਿਹਾ ਗਿਆ ਸੀ? ਜਦੋਂ ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਫਿਰ ਉਹਨਾਂ ਦੇ ਕੋਲੋਂ ਆਪ ਵੀ ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਸੀ, ਠੀਕ ਹੈ। ਉਸ ਸਮੇਂ ਫਿਰ ਗੁਰੂ ਸਾਹਿਬ ਨੂੰ ਇਹ ਇੱਦਾਂ ਕਿ ਆਪੇ ਗੁਰੂ ਚੇਲਾ, ਹੈ ਨਾ। ਬਾਹੋ ਬਾਹੋ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਜਿਹੜੇ 3 ਬਾਕੀ ਆਪਸ਼ਨ ਨੇ ਆਪਾਂ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ। ਸੰਤ ਸਿਪਾਹੀ ਕਿਹਨਾਂ ਨੂੰ ਕਿਹਾ ਗਿਆ ਗਾ? ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ, ਠੀਕ ਹੈ। ਜਦੋਂ ਉਹਨਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀ ਨਾ, ਇੱਕ ਧਰਮ ਦੀ ਰਾਖੀ ਵਾਸਤੇ ਸੀ, ਇੱਕ ਸਮਾਜਿਕ ਸੱਤਾ ਲਈ, ਇੱਕ, ਹੈ ਨਾ। ਇਹ ਗੱਲਾਂ ਆਪਾਂ ਜਾਣਦੇ ਹਾਂ, ਪਿਛਲੀਆਂ ਕਲਾਸਾਂ ਦੇ ਵਿੱਚ ਕਰ ਚੁੱਕੇ ਹਾਂ। ਅਤੇ ਸੰਤ ਸਿਪਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਜਾਂਦਾ ਗਾ। ਹਿੰਦ ਦੀ ਚਾਦਰ ਸਿੱਖਾਂ ਦੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਗਾ। ਅਤੇ ਸ਼ਹੀਦਾਂ ਦੇ ਸਰਤਾਜ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਗਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹਾਂਜੀ, ਖਾਲਸਾ ਪੰਥ ਵਿੱਚ ਕਿੰਨੇ ਕਕਾਰਾਂ ਦੀ ਗੱਲ ਕੀਤੀ ਹੈ? ਠੀਕ ਹੈ, ਜਦੋਂ ਗੁਰੂ ਸਾਹਿਬ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ ਤਾਂ ਕਾਫੀ ਸਾਰੇ ਸਿਧਾਂਤ ਆ ਜਿਹੜੇ ਉਹ ਖਾਲਸਿਆਂ ਦੇ ਵਾਸਤੇ ਉਹਨਾਂ ਨੇ ਸਿਰਜੇ ਨੇ, ਅਤੇ ਜਿਹਦੇ ਵਿੱਚੋਂ ਇੱਕ ਅਹਿਮ ਸਥਾਨ 5 ਕਕਾਰ ਆ ਜਿਹੜੇ ਉਹ ਰੱਖਦੇ ਨੇ, ਹੈ ਨਾ ਜੀ। 5 ਕਕਾਰ। ਕਿੰਨੇ ਕਕਾਰਾਂ ਦੀ ਗੱਲ ਆ? 5 ਕਕਾਰ। ਕਿਹੜੇ ਕਿਹੜੇ ਨੇ ਆਪਾਂ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ। ਕੇਸ, ਹੈ ਨਾ, ਇੱਦਾਂ ਸਮਝ ਲੈਣਾ। ਕੇਸ ਅਤੇ ਕੇਸਾਂ ਦੇ ਵਿੱਚ ਕੀ ਰੱਖਦੇ ਨੇ ਖਾਲਸੇ? ਕੰਘਾ, ਠੀਕ ਹੈ। ਉਸ ਤੋਂ ਬਾਅਦ ਕੜਾ, ਕਿਰਪਾਨ ਅਤੇ ਕਛਹਿਰਾ, ਹੈ ਨਾ। ਇਹ 5 ਕਕਾਰ ਨੇ ਖਾਲਸਾ ਪੰਥ ਦੇ ਵਿੱਚ। ਅਗਲਾ ਪ੍ਰਸ਼ਨ ਦੇਖਦੇ ਹਾਂ। 5 ਪਿਆਰਿਆਂ ਵਿੱਚ ਸ਼ਾਮਲ ਨਹੀਂ ਸੀ। ਇੱਥੇ 5 ਪਿਆਰਿਆਂ ਦੇ ਨਾਮ ਦਿੱਤੇ ਨੇ ਪਰ ਇੱਕ ਆਪਸ਼ਨ ਇਹ ਆ ਜਿਹਦੇ ਵਿੱਚ 5 ਪਿਆਰੇ ਨਹੀਂ ਹੈਗੇ। ਆਪਾਂ ਪਹਿਚਾਣ ਕਰਨੀ ਆ। ਦਇਆ ਰਾਮ ਅਤੇ ਧਰਮਦਾਸ ਇਹ ਵੀ 5 ਪਿਆਰਿਆਂ 'ਚ ਆਉਂਦੇ ਨੇ। ਮੋਹਕਮ ਚੰਦ, ਸਾਹਿਬ ਚੰਦ ਅਤੇ ਭਾਈ ਹਿੰਮਤ ਰਾਏ, ਹੈ ਨਾ। ਇਹ 5 ਪਿਆਰੇ ਨੇ ਪਰ ਸੰਗਤ ਰਾਮ ਅਤੇ ਦਿਆਲ ਦਾਸ ਇਹ ਨਹੀਂ ਹੈਗੇ, ਹੈ ਨਾ। ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਆਪਾਂ ਇਹ ਗੱਲਾਂ ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਉੱਤਰ ਖਾਲਸਾ ਕਾਲ ਦਾ ਸਮਾਂ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਗੱਲ ਕਰ ਲਈ ਸੀ ਕਿ ਉੱਤਰ ਖਾਲਸਾ ਕਾਲ ਦਾ ਸਮਾਂ ਫਿਰ ਕਿਹੜਾ ਬਣੇਗਾ? ਖਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਦਾ ਸਮਾਂ। ਆਪਸ਼ਨ ਇਹ ਸਹੀ ਹੋਵੇਗੀ, 1699 ਤੋਂ 1708 ਤੱਕ ਦਾ ਸਮਾਂ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੁੰਦੀ ਹੈ? ਠੀਕ ਹੈ, ਹੁਣ ਇਹ ਲੜਾਈਆਂ ਦਾ ਜਿਹੜਾ ਦੌਰ ਚੱਲ ਜਾਂਦਾ ਇਹ ਉੱਤਰ ਖਾਲਸਾ ਕਾਲ, ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਦੀਆਂ ਲੜਾਈਆਂ। ਇਹਦੇ ਵਿੱਚੋਂ ਜਿਹੜਾ ਆਪਸ਼ਨ ਸਹੀ ਹੋਵੇਗਾ 1701, ਠੀਕ ਹੈ। ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੁੰਦੀ ਹੈ? 1701 ਦੇ ਵਿੱਚ ਹੁੰਦੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 71, 71 ਨੰਬਰ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਹੈਗਾ?
ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਿਹਨਾਂ ਵਿਰੁੱਧ ਸੀ? ਠੀਕ ਹੈ, ਹੁਣ ਆਪਾਂ ਇਹਦੇ ਵਿੱਚ ਫਿਰ ਦੱਸਣਾਗਾ ਕਿ ਇਹ ਲੜਾਈ ਦੋ ਧਿਰਾਂ ਦੇ ਵਿਚਕਾਰ ਸੀ, ਕਿਹੜੀਆਂ ਕਿਹੜੀਆਂ ਸਨ। ਇੱਕ ਸਾਈਡ 'ਤੇ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ ਦੂਜੇ ਪਾਸੇ ਪਹਾੜੀ ਰਾਜੇ ਨੇ ਜੀ ਇੱਥੇ ਵੀ। ਠੀਕ ਹੈ, ਕਿਉਂ ਜਿਹੜੇ ਪਹਾੜੀ ਰਾਜੇ ਫਿਰ ਇੱਥੇ ਭੀਮ ਚੰਦ ਦਾ ਜਿਹੜਾ ਗੁਰੂ ਸਾਹਿਬ ਦੇ ਨਾਲ ਟੱਕਰਾ ਲਾਉਂਦਾ ਗਾ, ਅਤੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣ ਵਾਸਤੇ ਕਿਹਾ ਜਾਂਦਾ ਗਾ, ਹੈ ਨਾ। ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਜਗ੍ਹਾ ਗੀ ਜਿਹੜੀ ਅਨੰਦਪੁਰ ਸਾਹਿਬ ਦੀ, ਉਹਨਾਂ ਦੇ ਪਰਿਵਾਰ ਨੇ ਇਹ ਮੁੱਲ ਖਰੀਦੀ ਹੋਈ ਆ। ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇਹ ਜਗ੍ਹਾ ਮੁੱਲ ਖਰੀਦੀ ਸੀ, ਹੈ ਨਾ, ਮਾਖੋਵਾਲ ਕਹਿੰਦੇ ਆ ਜਿਹਨੂੰ ਆਪਾਂ। ਅਤੇ ਇਹਦੇ ਵਿੱਚ ਫਿਰ ਜਿੱਤ ਹੈ ਜਿਹੜੀ ਉਹ ਕਿਹਨਾਂ ਦੀ ਹੁੰਦੀ ਹੈਗੀ? ਗੁਰੂ ਗੋਬਿੰਦ ਸਿੰਘ ਜੀ ਦੀ। ਠੀਕ ਹੈ ਜੀ, ਪਹਾੜੀ ਰਾਜਿਆਂ ਦੇ ਵਿਰੁੱਧ ਸੀਗੀ ਪਹਿਲੀ ਲੜਾਈ, ਧਿਆਨ ਰੱਖਣਾ ਇਹਨਾਂ ਗੱਲਾਂ ਦਾ ਆਪਾਂ। ਅਗਲਾ ਪ੍ਰਸ਼ਨ ਦੇਖਦੇ ਹਾਂ, ਨਿਰਮੋਹ ਦੀ ਲੜਾਈ ਕਿਸ ਵਰੇ ਹੁੰਦੀ ਹੈ? ਨਿਰਮੋਹ ਦੀ ਲੜਾਈ, ਠੀਕ ਹੈ, ਇਹ 1702 ਦੇ ਵਿੱਚ ਹੁੰਦੀ ਹੈ। ਜਿਹੜੀ ਹੁਣ ਪਹਿਲੀ ਲੜਾਈ ਸੀਗੀ ਅਨੰਦਪੁਰ ਸਾਹਿਬ ਦੀ 1 ਦੇ ਵਿੱਚ, ਅਤੇ ਉਹਦੇ ਵਿੱਚ ਉਹਨਾਂ ਨੇ ਨਾ ਮਤਲਬ ਕਿ ਗੁਰੂ ਸਾਹਿਬ ਨਾਲ ਇੱਕ ਸੰਧੀ ਕਰ ਲਈ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਜਿੱਤਿਆ ਨਹੀਂ ਜਾਣਾ, ਪਰ ਉਹ ਝੂਠੀ ਮੁੱਠੀ ਸੰਧੀ ਸੀ, ਪਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇਹ ਮਤਲਬ ਕਿ ਈਰਖਾ ਬਣੀ ਹੋਈ ਸੀ ਵੀ ਅਸੀਂ ਕਦੋਂ ਗੁਰੂ ਸਾਹਿਬ ਨੂੰ ਹਰਾਈਏ। ਤਾਂ ਇੱਕ ਵਾਰੀ ਗੁਰੂ ਸਾਹਿਬ ਨਿਰਮੋਹ ਜਾ ਰਹੇ ਸੀ, ਤਾਂ ਫਿਰ ਇਹਨਾਂ ਨੇ ਮਤਲਬ ਕਿ ਆਪਣੀ ਸੈਨਾ ਨੂੰ ਲੈ ਕੇ ਪਹਾੜੀ ਰਾਜੇ ਨੇ ਗੁਰੂ ਸਾਹਿਬ 'ਤੇ ਹਮਲਾ ਕਰਤਾ ਸੀ ਨਿਰਮੋਹ ਵਿਖੇ। ਇਹਦੇ ਵਿੱਚ ਵੀ ਗੁਰੂ ਸਾਹਿਬ ਆ ਜਿਹੜੇ ਉਹ ਜੇਤੂ ਰਹਿੰਦੇ ਨੇ। ਅਗਲਾ ਪ੍ਰਸ਼ਨ ਹੈਗਾ ਜੀ, ਧਰਮਪਾਲ ਕਿੱਥੋਂ ਦਾ ਸ਼ਾਸਕ ਸੀ? ਹੈ ਨਾ, ਧਰਮਪਾਲ ਸੀ ਨਾ ਜਿਹੜਾ ਬਿਸ਼ੋਲੀ ਦਾ ਸ਼ਾਸਕ ਸੀਗਾ, ਅਤੇ 1702 ਦੇ ਵਿੱਚ ਹੀ ਗੁਰੂ ਸਾਹਿਬ ਨੂੰ ਇਹ ਧਰਮਪਾਲ ਆ ਜਿਹੜਾ ਬੁਲਾਉਂਦਾ ਗਾ। ਪਰ ਜਦੋਂ ਪਹਾੜੀ ਰਾਜੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਬਿਸ਼ੋਲੀ ਜਾ ਰਹੇ ਨੇ, ਤਾਂ ਫਿਰ ਉਹਨਾਂ ਨੇ ਆਪਣੀ ਉਹੀ ਨੀਚ ਹਰਕਤ ਕੀਤੀ ਆ ਅਤੇ ਗੁਰੂ ਸਾਹਿਬ 'ਤੇ ਹਮਲਾ ਜਿਹੜਾ ਉਹ ਕਰ ਦਿੱਤਾ ਸੀ। ਪਰ ਇਹਦੇ ਵਿੱਚ ਫਿਰ ਗੁਰੂ ਸਾਹਿਬ ਆ ਜਿਹੜੇ ਉਹ ਜੇਤੂ ਰਹਿੰਦੇ ਨੇ। ਨਿਰਮੋਹ ਦੀ ਲੜਾਈ ਅਤੇ ਬਿਸ਼ੋਲੀ ਦੀ ਲੜਾਈ ਕਿਹੜੇ ਸਾਲਾਂ ਦੇ ਵਿੱਚ ਹੁੰਦੀ ਹੈ? 1702 ਦੇ ਵਿੱਚ। ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਜੀ, ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦਾ ਸਮਾਂ ਦੱਸੋ। ਠੀਕ ਹੈ ਜੀ, ਹੁਣ ਪਹਿਲੀ ਲੜਾਈ 1701 ਦੇ ਵਿੱਚ, ਆਪਾਂ ਇਹਨਾਂ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਗਾ। ਕਈ ਵਾਰੀ ਆਪਾਂ ਜਲਦਬਾਜ਼ੀ ਦੇ ਵਿੱਚ ਈਜ਼ੀ ਕੁਐਸਚਨ ਹੁੰਦਾ ਆਪਾਂ ਗਲਤ ਕਰ ਬੈਠਦੇ ਹਾਂ। ਠੀਕ ਹੈ, ਅਨੰਦਪੁਰ ਸਾਹਿਬ ਦੀ ਲੜਾਈ ਵੀ 2 ਭਾਗਾਂ 'ਚ ਹੈ ਨਾ, ਇੱਕ 1701 ਵਾਲੀ ਆ। ਇਹ ਧਿਆਨ ਰੱਖਣਾ ਆਪਾਂ ਵੀ ਆਪਣੇ ਕੋਲੋਂ ਪੇਪਰ 'ਚ ਕਿਹੜੀ ਲੜਾਈ ਦੀ ਗੱਲ ਕੀਤੀ ਜਾ ਰਹੀ ਹੈ, ਕੀ ਪੁੱਛਿਆ ਜਾ ਰਿਹਾ। ਅਨੰਦਪੁਰ ਸਾਹਿਬ ਦੀ ਜਿਹੜੀ ਦੂਜੀ ਲੜਾਈ ਹੈ ਨਾ, ਉਹ ਕਦੋਂ ਹੁੰਦੀ ਹੈ? 1704 ਦੇ ਵਿੱਚ ਹੁੰਦੀ ਹੈ। ਅਗਲਾ ਪ੍ਰਸ਼ਨ, ਕਿੰਨੇ ਸਿੱਖ ਗੁਰੂ ਗੋਬਿੰਦ ਜੀ ਨੂੰ ਬੇਦਾਵਾ ਲਿਖਦੇ ਹਨ? ਦੇਖੋ, ਜਿਹੜੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਆ, ਇੱਕ ਜੇਕਰ ਕਹਿ ਲਿਆ ਵਿਸ਼ਵ ਇਤਿਹਾਸ ਦੇ ਵਿੱਚ ਸਾਨੂੰ ਇੱਦਾਂ ਦੀ ਲੜਾਈ ਹੈ ਜਿਹੜੀ ਨਹੀਂ ਮਿਲਦੀ, ਹੈ ਨਾ। ਵੱਡੀ ਗਿਣਤੀ ਦੇ ਵਿੱਚ ਜਿਹੜੀ ਇਹ ਲੜਾਈ ਹੈਗੀ ਪਹਾੜੀ ਰਾਜਿਆਂ ਦੇ ਅਤੇ ਆਪਣਾ ਮੁਗਲਾਂ ਦੀ ਸੈਨਾ ਦਾ ਗੱਠਜੋੜ ਸੀ, ਅਤੇ ਇਹਨਾਂ ਦੋਨਾਂ ਸੈਨਾਵਾਂ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੋਲ ਸੈਨਾ ਸੀ, ਅਤੇ ਗੁਰੂ ਸਾਹਿਬ ਨੂੰ ਮਤਲਬ ਕਿ ਇਹ ਅਨੰਦਪੁਰ ਸਾਹਿਬ ਦੇ ਜਿਹੜੇ ਕਿਲ੍ਹੇ ਨੂੰ ਘੇਰਾ ਪਾਉਂਦੇ ਨੇ, ਉਸ ਲੜਾਈ ਦੀ ਗੱਲ ਆ। ਅਤੇ ਕਾਫੀ ਲੰਮਾ ਸਮਾਂ ਲਗਭਗ 6 ਮਹੀਨੇ ਗੁਰੂ ਸਾਹਿਬ ਨੂੰ ਘੇਰਾ ਪਾਈ ਰੱਖਿਆ ਸੀ। ਅਤੇ ਫਿਰ ਉਹਦੇ ਵਿੱਚ ਕੀ ਹੁੰਦਾ ਗਾ ਕਿ ਕੁਝ ਸਿੱਖ ਸੀ ਜਿਹੜੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਜਾਂਦੇ ਨੇ, ਹੈ ਨਾ। ਉਹ ਅਤੇ ਜਾਣਦੇ ਆਪਾਂ ਸਾਰੇ ਇਹਨਾਂ ਗੱਲਾਂ ਨੂੰ। ਅਤੇ ਕਿੰਨੇ ਸੀਗੇ ਸਿੱਖ? ਉਹ 40 ਸਿੱਖ ਸੀਗੇ ਜੀ। ਠੀਕ ਹੈ, ਬੇਦਾਵਾ ਲਿਖ ਕੇ ਦੇ ਕੇ ਜਾਂਦੇ ਨੇ ਜਿਹੜੇ। ਕਿੰਨੇ ਸਿੱਖ ਸੀ? 40 ਸਿੱਖ ਸੀਗੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ, ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਚੱਲਦਾ ਹੈ ਨਾ, ਇਹਦਾ ਮਤਲਬ ਇਹ ਹੈ ਵੀ ਕਿਹੜੇ ਸਮੇਂ ਤੋਂ ਕਿਹੜੇ ਸਮੇਂ ਤੱਕ? ਮਈ 1704 ਤੋਂ ਦਸੰਬਰ 1704 ਤੱਕ ਆ। ਆਪਸ਼ਨ ਏ ਸਹੀ ਹੈ ਇਹਦੇ ਵਾਸਤੇ। ਠੀਕ ਹੈ ਜੀ, ਇਹ ਲਗਭਗ 6 ਮਹੀਨੇ ਦਾ ਸਮਾਂ ਬਣ ਜਾਂਦਾ ਗਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲ੍ਹਾ ਛੱਡਦੇ ਹਨ। ਹੁਣ ਦੇਖੋ, ਗੁਰੂ ਸਾਹਿਬ ਕਿਲ੍ਹਾ ਛੱਡਦੇ ਨੇ, ਹੈ ਨਾ, ਸਿੱਖਾਂ ਦੇ ਕਹਿਣ 'ਤੇ ਫਿਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ। ਬਾਕੀ ਉਸ ਸਮੇਂ ਮਤਲਬ ਕਿ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਸਹੁੰ ਖਾਧੀਆਂ ਸੀਗੀਆਂ, ਹੈ ਨਾ, ਵੀ ਉਹ ਕਸਮਾਂ ਪਾਉਂਦੇ ਨੇ ਵੀ ਸਾਨੂੰ ਕੁਰਾਨ ਦੀ ਜਾਂ ਗਊ ਦੀ ਕਸਮ ਖਾਂਦੇ ਨੇ, ਇੱਦਾਂ ਉਹ ਵੀ ਤੁਹਾਨੂੰ ਅਸੀਂ ਕੁਝ ਨਹੀਂ ਕਹਾਂਗੇ, ਹੈ ਨਾ। ਪਰ ਜਦੋਂ ਗੁਰੂ ਸਾਹਿਬ ਨੇ ਕਿਲ੍ਹਾ ਛੱਡਿਆ ਸੀ ਨਾ, ਜਦੋਂ ਸੈਨਾ ਨੂੰ ਲੈ ਕੇ, ਪਰ ਫਿਰ ਇਹਨਾਂ ਨੇ ਪਿੱਛਾ ਕੀਤਾ ਸੀਗਾ, ਹੈ ਨਾ। ਅਤੇ ਇਹ ਸਮਾਂ ਆਪਾਂ ਦੱਸਣਾ ਗਾ 20 ਦਸੰਬਰ 1704 ਨੂੰ ਗੁਰੂ ਸਾਹਿਬ ਆ ਜਿਹੜੇ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ, ਹੈ ਨਾ। ਛੋਟੇ ਸਾਹਿਬਜ਼ਾਦਿਆਂ ਨੂੰ ਕਿਹੜੀ ਜਗ੍ਹਾ? ਆਪਾਂ ਨੂੰ 4 ਸਥਾਨ ਦਿੱਤੇ ਨੇ, ਸਰਹੰਦ ਵਿਖੇ, ਸਰਸਾ ਵਿਖੇ, ਚਮਕੌਰ ਵਿਖੇ ਅਤੇ ਮੁਕਤਸਰ ਸਾਹਿਬ ਵਿਖੇ। ਜਿਹੜਾ ਇਹਦਾ ਸਹੀ ਆਨਸਰ ਹੋਵੇਗਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਇਆ ਗਿਆ, ਸਰਹੰਦ ਵਿਖੇ ਚਿਣਵਾਇਆ ਗਿਆ ਸੀਗਾ ਜੀ। ਠੀਕ ਹੈ, ਅਤੇ ਮਤਲਬ ਕਿ ਜਦੋਂ ਸਰਸਾ ਆ ਗਈ, ਜਿਹੜੀ ਸਰਸਾ ਬੜੀ ਚੜ੍ਹੀ ਹੋਈ ਸੀ, ਹੈ ਨਾ, ਪਰਿਵਾਰ ਗੁਰੂ ਸਾਹਿਬ ਦਾ ਵਿਛੜ ਜਾਂਦਾ ਹੈਗਾ, ਅਤੇ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਉਹ ਮਾਤਾ ਗੁਜਰ ਕੌਰ ਜੀ ਦੇ ਨਾਲ, ਅਤੇ ਉਹ ਵਿਛੜ ਜਾਂਦੇ ਨੇ। ਅਤੇ ਫਿਰ ਗੰਗੂ ਸੀ ਜਿਹੜਾ ਗੁਰੂ ਸਾਹਿਬ ਦਾ ਰਸੋਈਆ ਸੀਗਾ, ਅਤੇ ਉਹਨਾਂ ਦੇ ਹੱਥ ਲੱਗ ਜਾਂਦਾ, ਹੈ ਨਾ। ਜਾਣਦੇ ਆਪਾਂ ਇਹਨਾਂ ਗੱਲਾਂ 'ਤੇ। ਜਿਹੜਾ ਮਤਲਬ ਕਿ ਫਿਰ ਗੰਗੂ ਸੀਗਾ ਉਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਆਪਣੇ ਘਰ ਲੈ ਜਾਂਦਾ, ਅਤੇ ਮੋਰਿੰਡੇ ਫਿਰ ਜਾ ਕੇ ਮਤਲਬ ਕਿ ਉਹ ਚੌਂਕੀ ਦੇ ਵਿੱਚ ਇਤਲਾਹ ਕਰ ਦਿੰਦਾ ਕਿ ਗੁਰੂ ਸਾਹਿਬ ਦੇ ਛੋਟੇ ਬੱਚੇ ਅਤੇ ਉਹਨਾਂ ਦੀ ਮਾਤਾ ਮੇਰੇ ਕੋਲ ਆ, ਹੈ ਨਾ। ਅਤੇ ਫਿਰ ਉੱਥੋਂ ਮਤਲਬ ਕਿ ਜਿਹੜਾ ਵਜ਼ੀਰ ਖਾਂ ਗਾ ਉਹ ਗੁਰੂ ਸਾਹਿਬ ਦੇ ਬੱਚਿਆਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ। ਅਤੇ ਫਿਰ ਉਹ ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ 'ਚ ਨੇ। ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ
ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਪ੍ਰਸ਼ਨ ਨੰਬਰ 79, ਗੁਰੂ ਸਾਹਿਬ ਦੇ ਵੱਡੇ ਸਪੁੱਤਰ ਕਿਹੜੀ ਲੜਾਈ ਵਿੱਚ ਸ਼ਹੀਦ ਹੁੰਦੇ ਨੇ ਨਾ, ਇਹ ਧਿਆਨ 'ਚ ਰੱਖਣਾ ਆਪਾਂ, ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ। ਠੀਕ ਹੈ ਜੀ, ਅਜੀਤ ਸਿੰਘ ਤੇ ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਉਹ ਛੋਟੇ ਪੁੱਤਰ ਸੀਗੇ ਗੁਰੂ ਸਾਹਿਬ ਦੇ, ਤੇ ਇਹ ਵੱਡੇ ਪੁੱਤਰ ਸੀਗੇ ਜੀ, ਹੈ ਨਾ। ਚਮਕੌਰ ਦੀ ਲੜਾਈ ਦੇ ਵਿੱਚ ਇਹ ਸ਼ਹੀਦ ਹੁੰਦੇ ਨੇ। ਅਗਲੀ ਪ੍ਰਸ਼ਨ ਦੀ ਗੱਲ ਕਰਦੇ ਹਾਂ, ਮਾਛੀਵਾੜੇ ਵਿਖੇ ਗੁਰੂ ਸਾਹਿਬ ਕਿਸ ਦੇ ਘਰ ਰੁਕੇ, ਹੈ ਨਾ। ਜਦੋਂ ਚਮਕੌਰ ਸਾਹਿਬ ਤੋਂ ਬਾਅਦ ਫਿਰ ਜਦੋਂ ਗੁਰੂ ਸਾਹਿਬ ਦਾ ਸਾਰਾ ਜਿਹੜਾ ਪਰਿਵਾਰ ਆ ਵੱਖਰਾ ਹੋ ਜਾਂਦਾ ਗਾ, ਹੈ ਨਾ, ਕੁਝ ਸ਼ਹੀਦ ਹੋ ਜਾਂਦੇ ਨੇ, ਅਤੇ ਫਿਰ ਗੁਰੂ ਸਾਹਿਬ ਲਗਭਗ ਇਕੱਲੇ ਰਹਿ ਜਾਂਦੇ ਨੇ, ਹੈ ਨਾ। ਉਹ ਫਿਰ ਚਮਕੌਰ ਸਾਹਿਬ ਜਦੋਂ ਛੱਡ ਕੇ ਚਲੇ ਜਾਂਦੇ ਨੇ ਅਤੇ ਚਮਕੌਰ ਦੀ ਗੜੀ ਤੋਂ ਚਲੇ ਜਾਂਦੇ ਨੇ, ਅਤੇ ਸਿੱਖ ਕਹਿੰਦੇ ਨੇ ਕਿ ਗੁਰੂ ਸਾਹਿਬ ਤੁਸੀਂ ਚਲੇ ਜਾਓ ਇੱਥੋਂ, ਹੈ ਨਾ, ਛੱਡ ਕੇ ਚਲੇ ਜਾਓ। ਅਤੇ ਗੁਰੂ ਸਾਹਿਬ ਮਨਾ ਕਰ ਰਹੇ ਸੀਗੇ, ਇਹ ਗੱਲਾਂ ਨੂੰ ਆਪਾਂ ਧਿਆਨ 'ਚ ਰੱਖਣਾ, ਪਰ ਸਿੱਖਾਂ ਨੇ ਕਿਹਾ ਸੀਗਾ ਕਿ ਤੁਹਾਡੇ ਜਿਹਾ ਸਾਡੇ ਕੋਲੋਂ ਦੁਬਾਰਾ ਗੁਰੂ ਨਹੀਂ ਤਿਆਰ ਹੋਣਾ ਬਣਨਾ, ਅਤੇ ਤੁਸੀਂ ਪਲੀਜ਼ ਚਮਕੌਰ ਸਾਹਿਬ ਦੀ ਜਿਹੜੀ ਗੜੀ ਹੈ ਨਾ, ਉਹਨਾਂ ਨੇ ਮਿਹਨਤ ਕੀਤੀ ਹੈ, ਤਾਂ ਉਹ ਫਿਰ ਚਲੇ ਜਾਂਦੇ ਨੇ ਉੱਥੋਂ। ਅਤੇ ਫਿਰ ਉਹ ਮਾਛੀਵਾੜੇ ਵਿਖੇ ਗੁਰੂ ਸਾਹਿਬ ਕਿਸ ਦੇ ਘਰ ਰੁਕਦੇ ਨੇ, ਗੁਲਾਬਾ ਅਤੇ ਪੰਜਾਬਾ। ਠੀਕ ਹੈ ਜੀ, ਗੁਰੂ ਸਾਹਿਬ ਦੇ ਸਿੱਖ ਸੀਗੇ, ਇਹਨਾਂ ਦੇ ਘਰ ਰੁਕਦੇ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ, ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮਾ ਕਿਸ ਸਥਾਨ 'ਤੇ ਲਿਖਿਆ, ਹੈ ਨਾ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈਗਾ। ਅਤੇ ਆਪਾਂ ਦੱਸਣਾ ਕਿ ਦੇਖੋ ਜ਼ਫਰਨਾਮਾ ਗਾ ਜਿਹੜਾ ਇਹ ਦੀਨਾ ਕਾਂਗੜ ਨਾਮੀ ਸਥਾਨ 'ਤੇ ਲਿਖਿਆ ਸੀਗਾ। ਕਿਹੜੀ ਭਾਸ਼ਾ 'ਚ ਆ, ਫਾਰਸੀ ਭਾਸ਼ਾ ਦੇ ਵਿੱਚ ਆ। ਕਿਹਨੂੰ ਲਿਖਿਆ ਸੀ ਇਹ, ਔਰੰਗਜ਼ੇਬ ਨੂੰ ਲਿਖਿਆ ਸੀ। ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ। ਇਹਦਾ ਅਰਥ ਕੀ ਸੀਗਾ, ਫਤਿਹ ਦੀ ਚਿੱਠੀ ਸੀ, ਹੈ ਨਾ। ਅਤੇ ਬੜੀਆਂ ਮਤਲਬ ਕਿ ਗੁਰੂ ਸਾਹਿਬ ਨੇ ਬਹੁਤ ਹੀ ਵੱਡੇ, ਜਿੱਥੇ ਗੁਰੂ ਸਾਹਿਬ ਤਲਵਾਰ ਦੇ ਧਨੀ ਸੀਗੇ, ਉਸੇ ਤਰ੍ਹਾਂ ਇੱਕ ਉਹ ਚੰਗੇ ਕਲਮ ਦੇ ਵੀ ਧਨੀ ਸੀਗੇ, ਹੈ ਨਾ। ਬਹੁਤ ਉੱਚ ਕੋਟੀ ਦਾ ਸਾਹਿਤ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ ਗਾ। ਅਤੇ ਜ਼ਫਰਨਾਮਾ ਕਾ ਜਿਹੜਾ ਉਹ ਔਰੰਗਜ਼ੇਬ ਨੇ ਕਹਿੰਦੇ ਜਦੋਂ ਪੜ੍ਹਿਆ ਸੀ ਤਾਂ ਔਰੰਗਜ਼ੇਬ ਉੱਠ ਨਹੀਂ ਸਕਿਆ ਸੀਗਾ, ਹੈ ਨਾ। ਬਹੁਤ ਮਤਲਬ ਕਿ ਡੂੰਘੀਆਂ ਗੱਲਾਂ ਅਤੇ ਵਿਚਾਰਾਂ ਸੀ ਜਿਹੜੀਆਂ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਲਿਖੀਆਂ ਸੀ ਦੀਨਾ ਕਾਂਗੜ ਨਾਮੀ ਸਥਾਨ 'ਤੇ। ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਗਨੀ ਖਾਂ ਅਤੇ ਨਵੀ ਖਾਂ ਕੀ ਬਣਾ ਕੇ ਗੁਰੂ ਸਾਹਿਬ ਨੂੰ ਮਾਛੀਵਾੜੇ ਤੋਂ ਬਾਹਰ ਕੱਢਦਾ। ਧਿਆਨ 'ਚ ਰੱਖਣਾ, ਗਨੀ ਖਾਂ ਅਤੇ ਨਵੀ ਖਾਂ ਦੋ ਮੁਸਲਮਾਨ ਨੇ, ਅਤੇ ਉਹ ਗੁਰੂ ਸਾਹਿਬ ਦੀ ਮਦਦ ਕਰਦੇ ਨੇ, ਹੈ ਨਾ। ਅਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਫਿਰ ਉਹ ਬਾਹਰ ਕੱਢਦੇ ਨੇ, ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਭਾਲ ਚੱਲ ਰਹੀ ਸੀ, ਹੈ ਨਾ, ਮੁਗਲ ਸੈਨਾ ਪਿੱਛੇ ਲੱਗੀ ਹੋਈ ਸੀ। ਅਤੇ ਫਿਰ ਉਹ ਉੱਚ ਦਾ ਪੀਰ ਬਣਾ ਕੇ, ਹੈ ਨਾ, ਯਾਦ ਰੱਖਣਾ ਆਪਾਂ ਗੱਲ ਨੂੰ, ਕਿ ਉੱਚ ਦਾ ਪੀਰ ਬਣਾ ਕੇ ਜਿਹੜੇ ਨਵੀ ਖਾਂ ਅਤੇ ਗਨੀ ਖਾਂ ਗੇ ਉਹ ਬਾਹਰ ਕੱਢਦੇ ਨੇ। ਜ਼ਫਰਨਾਮਾ ਕੌਣ ਔਰੰਗਜ਼ੇਬ ਤੱਕ ਪਹੁੰਚਾਉਂਦਾ ਹੈ। ਠੀਕ ਹੈ ਜੀ, ਇਹਦਾ ਸਹੀ ਆਨਸਰ ਹੋਵੇਗਾ ਦਇਆ ਸਿੰਘ ਅਤੇ ਧਰਮ ਸਿੰਘ। ਅਗਲਾ ਪ੍ਰਸ਼ਨ ਦੇਖਦੇ ਹਾਂ, ਖਿਦਰਾਣਾ ਦੀ ਲੜਾਈ ਕਦੋਂ ਹੋਈ। 1705 ਦੇ ਵਿੱਚ ਹੁੰਦੀ ਹੈ ਜੀ। ਠੀਕ ਹੈ, ਖਿਦਰਾਣਾ ਦੀ ਲੜਾਈ 1705 ਦੇ ਵਿੱਚ। ਅਗਲਾ ਪ੍ਰਸ਼ਨ ਹੈਗਾ, ਬੇਦਾਵਾ ਕਿਸ ਨੇ ਪਾੜਿਆ ਸੀ। ਬੇਦਾਵਾ ਦੇਖੋ ਮਹਾਂ ਸਿੰਘ ਨੇ ਪਾੜਿਆ ਸੀਗਾ। ਹੁਣ ਇਹ ਧਿਆਨ ਰੱਖਣਾ, ਖਿਦਰਾਣਾ ਜਿਹੜੀ ਉਹ ਜਗ੍ਹਾ ਹੈਗੀ, ਖਿਦਰਾਣੇ ਦੀ ਢਾਬ ਕਹਿ ਦਿੰਦੇ ਆ ਜਿਹਨੂੰ, ਇੱਥੇ ਲੜਾਈ ਹੁੰਦੀ ਹੈਗੀ। ਤਾਂ ਇੱਥੇ ਨਾ ਫਿਰ ਜਿਹੜੇ ਉਹ 40 ਸਿੰਘ ਸੀਗੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇਤਾ ਸੀਗਾ, ਹੈ ਨਾ। ਅਤੇ ਉਹ ਫਿਰ 40 ਸਿੰਘ ਆ ਜਿਹੜੇ ਗੁਰੂ ਸਾਹਿਬ ਦੀ ਮਦਦ ਲਈ ਵਾਪਸ ਆਉਂਦੇ ਨੇ। ਜਦੋਂ ਉਹਨਾਂ ਨੂੰ ਮਤਲਬ ਕਿ ਪਰਿਵਾਰਾਂ ਦੇ ਵਿੱਚ ਵਾਪਸ ਜਾਂਦੇ ਨੇ ਤਾਂ ਪਰਿਵਾਰ ਵਾਲੇ ਉਹਨਾਂ ਨੂੰ ਮਤਲਬ ਕਿ ਮੂੰਹ ਨਹੀਂ ਲਾਉਂਦੇ, ਹੈ ਨਾ। ਅਤੇ ਉਹ ਬੁਰਾ ਭਲਾ ਬੋਲਦੇ ਨੇ ਕਿ ਤੁਸੀਂ ਆਪਣੇ ਗੁਰੂ ਸਾਹਿਬ ਨੂੰ ਉਸ ਸਥਿਤੀ ਦੇ ਵਿੱਚ ਛੱਡ ਕੇ ਆਏ ਹੋ, ਤੁਹਾਡੇ 'ਤੇ ਲੱਖ ਲਾਹਨਤਾਂ ਨੇ। ਤਾਂ ਫਿਰ ਉਹ ਸ਼ਰਮ ਦੇ ਮਾਰੇ, ਹੈ ਨਾ, ਜਦੋਂ ਅੰਦਰ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ, ਤਾਂ ਉਹ 40 ਸਿੰਘ ਨੇ ਜਿਹੜੇ, ਅਤੇ ਕੁਝ ਇਤਿਹਾਸਕਾਰ ਚਲੋ ਇੱਦਾਂ ਦੱਸਦੇ ਨੇ ਕਿ ਸਾਰੇ ਨਹੀਂ ਆਏ ਸੀ, ਕੁਝ ਕੁ ਇੱਦਾਂ ਦੱਸਦੇ ਨੇ ਕਿ 40 ਹੀ ਵਾਪਸ ਆ ਗਏ ਸੀਗੇ। ਅਤੇ ਉਹ ਫਿਰ ਗੁਰੂ ਸਾਹਿਬ ਦੀ ਮਦਦ ਕਰਦੇ ਨੇ। ਅਤੇ ਫਿਰ ਇੱਥੇ ਮਹਾਂ ਸਿੰਘ ਆ ਜਿਹੜਾ, ਹੈ ਨਾ, ਉਹ ਸ਼ਹੀਦ ਹੋ ਜਾਂਦਾ। ਅਤੇ ਫਿਰ ਉਹ ਬੇਦਾਵਾ ਪਾੜਦਾ ਗਾ, ਹੈ ਨਾ, ਬੇਦਾਵਾ ਪਾੜਦਾ ਗਾ ਵੀ ਮੁਕਤੀ ਮਿਲਦੀ ਆ। ਤਾਂ ਹੀ ਉਹ ਤਾਂ ਬਾਅਦ ਦੇ ਵਿੱਚ ਖਿਦਰਾਣਾ ਸਾਹਿਬ ਦਾ ਨਾਮ ਆ ਜਿਹੜਾ ਉਹ ਕੀ ਬਣ ਗਿਆ ਸੀ, ਮੁਕਤਸਰ ਸਾਹਿਬ। ਠੀਕ ਹੈ, ਉਹ ਬੇਦਾਵਾ ਫਿਰ ਕਿਹਾ ਸੀਗਾ ਮਹਾਂ ਸਿੰਘ ਨੇ ਕਿ ਗੁਰੂ ਜੀ ਸਾਡੇ ਕੋਲੋਂ ਭੁੱਲ ਹੋ ਗਈ ਸੀ, ਜਿਹੜੀ ਅਸੀਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਤੁਹਾਨੂੰ ਬੇਦਾਵਾ ਲਿਖ ਕੇ ਦੇ ਕੇ ਗਏ ਸੀਗੇ, ਅਤੇ ਪਲੀਜ਼ ਤੁਸੀਂ ਉਹ ਪਾੜ ਦਿਓ, ਹੈ ਨਾ। ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵਾ ਪਾੜ ਦਿੱਤਾ ਸੀਗਾ ਜੀ ਉੱਥੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਖਿਦਰਾਣਾ ਦਾ ਆਧੁਨਿਕ ਨਾਮ ਕੀ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਮੁਕਤਸਰ ਸਾਹਿਬ। ਠੀਕ ਹੈ, ਕਿਉਂਕਿ ਉਹ 40 ਮੁਕਤੇ ਸੀ ਨਾ ਜਿਹੜੇ 40 ਜਿਹੜੇ ਸਿੰਘ ਸੀਗੇ, ਅਤੇ ਉਹਨਾਂ ਨੇ ਉਹ ਇੱਥੇ ਆ ਕੇ ਮਤਲਬ ਕਿ ਉਹ ਮੁਕਤੀ ਪ੍ਰਾਪਤ ਕਰਦੇ ਨੇ। ਮੁਕਤਸਰ ਸਾਹਿਬ ਆ ਜਿਹੜਾ ਖਿਦਰਾਣਾ ਸਾਹਿਬ ਦਾ ਹੀ ਨਾਮ ਆ, ਆਧੁਨਿਕ ਨਾਮ ਆ। ਖਿਦਰਾਣਾ ਦੀ ਲੜਾਈ, ਅਤੇ ਇੱਕ ਗੱਲ ਯਾਦ ਰੱਖਣੀ ਕਿ ਇਸ ਲੜਾਈ ਦੇ ਵਿੱਚ ਨਾ ਮਾਈ ਭਾਗੋ ਆ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਇੱਕ ਮਹਾਨ ਜਰਨੈਲ ਹੋਈ ਆ, ਮਾਈ ਭਾਗੋ। ਖਿਦਰਾਣਾ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਦੀ ਮਦਦ ਲਈ ਉਹ ਵੀ ਆਉਂਦੀ ਹੈਗੀ। ਇਹਨਾਂ ਗੱਲਾਂ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਹੈਗਾ। ਅਗਲਾ ਪ੍ਰਸ਼ਨ ਹੈਗਾ ਜੀ, ਖਿਦਰਾਣਾ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਪਹੁੰਚੇ। ਦੇਖੋ ਹੁਣ ਅਖੀਰਲਾ ਸਮਾਂ ਆ ਜਾਂਦਾ ਗੁਰੂ ਸਾਹਿਬ ਕੋਲ ਇੱਥੇ, ਅਤੇ ਖਿਦਰਾਣਾ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਪਹੁੰਚਦੇ ਨੇ,
ਤਲਵੰਡੀ ਸਾਬੋ ਪਹੁੰਚਦੇ ਆ ਜੀ। ਠੀਕ ਹੈ, ਤਖਤ ਸ਼੍ਰੀ ਦਮਦਮਾ ਸਾਹਿਬ ਕਹਿ ਦਿੰਦੇ ਆ ਜਿਨ੍ਹਾਂ ਨੂੰ ਅਸੀਂ, ਮਾਲਵੇ ਦੇ ਵਿੱਚ ਡਿਸਟ੍ਰਿਕਟ ਬਠਿੰਡਾ ਤੋਂ ਲਗਭਗ 30-32 ਕਿਲੋਮੀਟਰ ਦੀ ਦੂਰੀ 'ਤੇ ਹੈ ਤਲਵੰਡੀ ਸਾਬੋ, ਹੈ ਨਾ, ਜਿੱਥੇ ਗੁਰੂ ਸਾਹਿਬ ਨੇ ਕਾਫੀ ਲੰਮਾ ਸਮਾਂ ਉੱਥੇ ਰੁਕੇ ਨੇ। ਉਹ ਉੱਥੇ ਰੁਕ ਕੇ ਹੀ ਉਹਨਾਂ ਨੇ ਆਪਣੇ ਪਿਤਾ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਜਿਹੜੀ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕਰਵਾਈ ਸੀ। ਖਿਦਰਾਣੇ ਦੀ ਲੜਾਈ ਤੋਂ ਬਾਅਦ ਕਿੱਥੇ ਪਹੁੰਚਦੇ ਨੇ? ਤਲਵੰਡੀ ਸਾਬੋ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਕਿੱਥੇ ਹੁੰਦੀ ਹੈ? ਠੀਕ ਹੈ, ਔਰੰਗਜ਼ੇਬ ਤੋਂ ਬਾਅਦ, ਔਰੰਗਜ਼ੇਬ ਆ ਜਿਹੜਾ 1707 ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਬਹਾਦਰ ਸ਼ਾਹ ਗਾ ਜਿਹੜਾ ਉਹ ਬਾਦਸ਼ਾਹ ਬਣਦਾ ਗਾ, ਅਤੇ ਗੁਰੂ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਕਿਹੜੀ ਜਗ੍ਹਾ 'ਤੇ ਹੋਈ ਸੀ? ਆਗਰਾ ਵਿਖੇ ਹੋਈ ਹੈਗੀ। ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਆ। ਠੀਕ ਹੈ ਜੀ, 7 ਅਕਤੂਬਰ 1708 ਨੂੰ ਸਮਾਉਂਦੇ ਆ। ਇਹ ਧਿਆਨ 'ਚ ਰੱਖਣੀਆਂ ਨੇ ਗੱਲਾਂ ਆਪਾਂ ਉਹਨਾਂ ਦੇ ਜਨਮ ਦੀਆਂ ਅਤੇ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਵਿੱਚ ਛੁਰਾ ਮਾਰਿਆ। ਦੇਖੋ ਅਸੀਂ ਇਸ ਗੱਲਾਂ ਤੋਂ ਜਾਣੂ ਹਾਂ ਕਿ ਇੱਕ ਪਠਾਨ ਨੇ ਉਹਨਾਂ ਦੇ ਪੇਟ ਦੇ ਵਿੱਚ ਛੁਰਾ ਮਾਰਤਾ ਸੀ। ਕੁਝ ਇਤਿਹਾਸਕਾਰ ਲਿਖਦੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੀ, ਹੈ ਨਾ। ਇੱਦਾਂ ਦਾ ਸਾਨੂੰ ਵੱਖਰੇ ਵੱਖਰੇ ਇਤਿਹਾਸਕਾਰਾਂ ਵੱਲੋਂ ਵੱਖਰਾ ਵੱਖਰਾ ਜਿਹੜਾ ਮਤਲਬ ਕਿ ਪੜ੍ਹਨ ਨੂੰ ਮਿਲਦਾ ਗਾ। ਅਤੇ ਕੁਝ ਇਤਿਹਾਸਕਾਰ ਦੱਸਦੇ ਆ ਕਿ ਅੰਗਰੇਜ਼ ਡਾਕਟਰ ਸੀ ਜਿਹੜੇ ਉਹਨਾਂ ਸਮਿਆਂ ਦੇ ਵਿੱਚ, ਹੈ ਨਾ, ਉਹਨਾਂ ਨੂੰ ਬੁਲਾ ਕੇ ਗੁਰੂ ਸਾਹਿਬ ਦਾ ਟਰੀਟਮੈਂਟ ਆ, ਜਿਹੜਾ ਇਲਾਜ ਆ, ਉਹ ਵੀ ਕਰਵਾਇਆ ਗਿਆ ਸੀ। ਪਰ ਜ਼ਖਮ ਬੜਾ ਡੂੰਘਾ ਸੀਗਾ, ਇਸ ਕਰਕੇ ਗੁਰੂ ਸਾਹਿਬ ਮਤਲਬ ਕਿ ਬਚ ਨਹੀਂ ਪਾਏ ਸੀਗੇ। ਅਤੇ ਇੱਥੇ ਧਿਆਨ 'ਚ ਰੱਖਣਾ, ਦੇਖੋ ਇਹ ਤਾਂ ਸਾਨੂੰ ਸਭ ਨੂੰ ਪਤਾ ਕਿ ਇੱਕ ਪਠਾਨ ਨੇ ਗੁਰੂ ਸਾਹਿਬ ਦੇ ਪੇਟ 'ਚ ਛੁਰਾ ਮਾਰਿਆ ਸੀ, ਪਰ ਪਠਾਨ ਦਾ ਨਾਮ ਕੀ ਸੀ? ਹੈ ਨਾ, ਗੁਲ ਖਾਂ ਅਲਬ ਪਠਾਨ ਸੀ, ਜਾਂ ਮਹਿਮੂਦ ਪਠਾਨ ਸੀ, ਜਾਂ ਤਲਬ ਖਾਂ ਪਠਾਨ ਸੀ? ਆਪਸ਼ਨ ਏ ਸਹੀ ਹੋਵੇਗਾ ਜੀ। ਠੀਕ ਹੈ, ਇਹ ਪ੍ਰਸ਼ਨ ਧਿਆਨ ਦੇ ਵਿੱਚ ਰੱਖਣਾ ਗਾ। ਗੁਲ ਖਾਂ ਪਠਾਨ ਸੀ ਨਾ ਜਿਹੜਾ, ਉਹਨੇ ਗੁਰੂ ਸਾਹਿਬ ਦੇ ਪੇਟ ਦੇ ਵਿੱਚ ਛੁਰਾ ਮਾਰਿਆ ਸੀ। ਅਗਲਾ ਪ੍ਰਸ਼ਨ, ਬੇਦਾਵੇ ਦਾ ਅਰਥ ਦੱਸੋ, ਹੈ ਨਾ। ਬੇਦਾਵਾ ਜਿਹੜਾ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਦਿੱਤਾ ਸੀ, ਆਪਾਂ ਪਿਛਲੇ ਕੁਐਸਚਨਾਂ 'ਚ ਗੱਲ ਕਰਕੇ ਹਟੇ ਹਾਂ। ਇਹਦਾ ਅਰਥ ਦੱਸਣਾ ਆਪਾਂ ਕੀ ਹੈਗਾ? ਵੱਖ ਹੋ ਜਾਣਾ, ਛੱਡ ਦੇਣਾ, ਅਧਿਕਾਰ ਨਾ ਜਤਾਉਣਾ, ਬੇਯਕੀਨ, ਹੈ ਨਾ। ਕਿਉਂਕਿ ਇਹਨਾਂ ਦੇ ਪ੍ਰਸ਼ਨ ਦਾ ਨਾ ਆਪਾਂ ਧਿਆਨ ਨਾਲ ਆਨਸਰ ਦੇਣਾ ਹੁੰਦਾ। ਜੇਕਰ ਦੇਖਿਆ ਜਾਵੇ ਬੇਦਾਵਾ ਗੁਰੂ ਸਾਹਿਬ ਤੋਂ ਵੱਖਰੇ ਹੋ ਗਏ ਸੀ ਨਾ, ਵੀ ਵੱਖ ਹੋ ਜਾਣਾ, ਹੋ ਸਕਦਾ ਕਿਤੇ ਨਾ ਕਿਤੇ ਇਹ ਸਹੀ ਲੱਗਦਾ ਹੋਵੇ, ਪਰ ਅਧਿਕਾਰ ਨਾ ਜਤਾਉਣਾ ਗਾ ਜਿਹੜਾ, ਠੀਕ ਹੈ, ਉਹ ਆਨਸਰ ਬਣੇਗਾ। ਠੀਕ ਹੈ, ਕਿਉਂਕਿ ਗੁਰੂ ਸਾਹਿਬ ਦੀ ਸੈਨਾ ਸੀ ਨਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਸੀ, ਅਤੇ ਸਾਰੇ ਹੀ ਸੈਨਿਕ ਸੀ ਜਿਹੜੇ ਮਤਲਬ ਕਿ ਗੁਰੂ ਸਾਹਿਬ ਤੋਂ ਆਪਣੀ ਜਾਨ ਵਾਰਦੇ ਸੀ। ਗੁਰੂ ਸਾਹਿਬ ਉਹਨਾਂ 'ਤੇ ਆਪਣਾ ਹੱਕ ਰੱਖਦੇ ਸੀ, ਅਧਿਕਾਰ ਜਤਾਉਂਦੇ ਹੁੰਦੇ ਸੀ। ਉਹ ਬੇਦਾਵੇ ਦੇ ਵਿੱਚ ਫਿਰ ਇਹਨਾਂ ਨੇ ਇਹ ਕਹਿਤਾ ਸੀਗਾ ਵੀ ਹੁਣ ਤੁਸੀਂ ਸਾਡੇ 'ਤੇ ਆਪਣਾ ਅਧਿਕਾਰ ਨਹੀਂ ਜਤਾ ਸਕਦੇ, ਆਹ ਚੱਕੋ ਸਾਡਾ ਬੇਦਾਵਾ। ਠੀਕ ਹੈ, ਬੇਦਾਵੇ ਦਾ ਅਰਥ ਕੀ ਬਣ ਜਾਂਦਾ? ਅਧਿਕਾਰ ਨਾ ਜਤਾਉਣਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ ਜੋਤ ਸਮਾਏ ਨੇ? ਹੈ ਨਾ, ਕਿੱਥੇ ਜਿਹੜਾ ਇਹਨਾਂ ਦਾ ਅਖੀਰਲਾ ਸਮਾਂ ਗਾ, ਕਿੱਥੇ ਜੋਤੀ ਜੋਤ ਸਮਾਉਂਦੇ ਨੇ? ਨੰਦੇੜ ਵਿਖੇ। ਠੀਕ ਹੈ ਜੀ, ਨੰਦੇੜ ਜਿਹੜਾ ਬਾਅਦ ਦੇ ਵਿੱਚ ਨਾਮ ਹਜੂਰ ਸਾਹਿਬ ਬਣਦਾ ਗਾ ਜਿਹਦਾ ਨਾਮ। ਠੀਕ ਹੈ ਜੀ, ਮਹਾਰਾਸ਼ਟਰ ਦੇ ਵਿੱਚ ਇਹ ਜਗ੍ਹਾ ਗਈ। ਅਗਲਾ ਪ੍ਰਸ਼ਨ ਦੇਖਦੇ ਹਾਂ, ਤਖਤ ਸ਼੍ਰੀ ਹਜੂਰ ਸਾਹਿਬ ਕਿੱਥੇ ਸਥਿਤ ਹੈ? ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਮਹਾਰਾਸ਼ਟਰ ਦੇ ਵਿੱਚ। ਠੀਕ ਹੈ, 5 ਤਖਤਾਂ ਦੇ ਵਿੱਚੋਂ ਤਖਤ ਸ਼੍ਰੀ ਹਜੂਰ ਸਾਹਿਬ ਆ ਜਿਹੜਾ, ਉਹ ਵੀ ਇੱਕ ਮਹਾਨ ਤਖਤ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਆਗੂ ਬਣਾਇਆ। ਕਿਹਨੂੰ ਆਗੂ ਬਣਾਇਆ ਸੀਗਾ? ਇਹ ਗੱਲ ਨੂੰ ਧਿਆਨ 'ਚ ਰੱਖਣਾ। ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਦੇ ਵਿੱਚ ਗੁਰੂ ਨਹੀਂ ਕਿਸੇ ਨੂੰ ਬਣਾਇਆ, ਸਿੱਖਾਂ ਦਾ ਆਗੂ ਬਣਾ ਕੇ ਭੇਜਿਆ ਸੀ। ਕਿਹਨੂੰ? ਬੰਦਾ ਸਿੰਘ ਬਹਾਦਰ ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ, ਹੈ ਨਾ, ਸਮਕਾਲੀ ਮਤਲਬ ਕਿ ਇੱਕੋ ਸਮੇਂ ਹੋਣ ਵਾਲੇ, ਔਰੰਗਜ਼ੇਬ ਵੀ ਸੀਗਾ, ਠੀਕ ਹੈ ਜੀ, ਅਤੇ ਬਹਾਦਰ ਸ਼ਾਹ ਵੀ ਸੀ ਨਾ। ਸ਼ਾਹਜਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਇਆ ਗਾ, ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦੇ ਸਮੇਂ। ਅਤੇ ਇਹਦਾ ਸਹੀ ਆਨਸਰ ਕੀ ਹੋਵੇਗਾ? ਆਪਸ਼ਨ ਡੀ, ਏ ਅਤੇ ਸੀ ਆਪਸ਼ਨ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਹੈ। ਠੀਕ ਹੈ ਜੀ, ਸਾਰਾ ਹੀ ਜਿਹੜਾ ਚਾਰੇ ਆਪਸ਼ਨ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸਾਹਿਤ ਆ, ਅਤੇ ਇਹਦੇ ਵਿੱਚੋਂ ਜਿਹੜਾ ਸਹੀ ਆਨਸਰ ਆ ਉਹ ਹੈਗਾ ਗਾ ਬਚਿੱਤਰ ਨਾਟਕ। ਇਹ ਗੁਰੂ ਸਾਹਿਬ ਦੀ ਸਵੈ ਜੀਵਨੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਭਾਸ਼ਾ ਨਹੀਂ ਵਰਤੀ? ਦੇਖੋ ਗੁਰੂ ਸਾਹਿਬ ਨੇ ਨਾ ਜਿਹੜੇ, ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਬਹੁਤ ਹੀ ਉੱਚ ਸੋਚ ਦੇ, ਹੈ ਨਾ, ਉੱਚ ਕੁਆਲਿਟੀ ਦੇ ਇੱਕ ਵੱਡੀ ਮਹਾਨ ਪਰਸਨੈਲਿਟੀ ਸੀਗੇ, ਅਤੇ ਬਹੁਤ ਸਾਰਾ ਸਾਹਿਤ ਆ ਜਿਹੜਾ ਉਹਨਾਂ ਨੇ ਰਚਿਆ ਹੈਗਾ। ਬਹੁਤ ਸਾਰੀਆਂ ਭਾਸ਼ਾਵਾਂ ਦਾ ਉਹ ਗਿਆਨ ਰੱਖਦੇ ਸੀ, ਅਤੇ ਪਰ ਇਹਨਾਂ ਦੇ ਵਿੱਚੋਂ ਆਪਾਂ ਦੱਸਣਾ ਜਿਹੜੀ ਭਾਸ਼ਾ ਉਹਨਾਂ ਨੇ ਨਹੀਂ ਵਰਤੀ। ਕਿਹੜੀ ਭਾਸ਼ਾ ਨਹੀਂ ਵਰਤੀ ਉਹਨਾਂ ਨੇ? ਫਾਰਸੀ ਵੀ ਉਹਨਾਂ ਨੇ ਵਰਤੀ ਹੈ ਜੀ, ਬ੍ਰਿਜ ਭਾਸ਼ਾ ਵੀ ਵਰਤੀ ਆ, ਸੰਸਕ੍ਰਿਤ ਵੀ ਵਰਤੀ ਆ, ਪਰ ਅਰਬੀ ਭਾਸ਼ਾ ਉਹਨਾਂ ਨੇ ਨਹੀਂ ਵਰਤੀ ਸੀ। ਠੀਕ ਹੈ, ਆਪਸ਼ਨ ਏ ਸਹੀ ਹੋਵੇਗਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਆਧੁਨਿਕ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਆ। ਦੇਖੋ ਇਹਦਾ ਮਤਲਬ ਇਹ ਬਣ ਗਿਆ, ਹੁਣ ਆਪਾਂ ਪਹਿਲਾਂ ਗੱਲ ਕਰਕੇ 22 ਸਤੰਬਰ 1600
66 ਦੀ ਗੱਲ ਕੀਤੀ ਹੈ ਨਾ, ਪਰ ਸਾਡੇ ਕੈਲੰਡਰਾਂ ਦੇ ਵਿੱਚ ਹੈ ਨਾ ਇਹ ਵੱਖਰਾ ਵਿਸ਼ਾ ਗਾ, ਅਤੇ ਉਹਨਾਂ ਦੇ ਵਿੱਚ ਕੁਝ ਤਰੀਕਾਂ ਦਾ ਜਿਹੜਾ ਹੇਰ ਫੇਰ ਆ ਜਿਹੜਾ ਉਹ ਹੋਇਆ ਗਾ। ਅਤੇ ਪਰ ਹੁਣ ਅਸੀਂ ਇਹ ਦੱਸਣਾ ਵੀ ਜਿਹੜਾ ਆਧੁਨਿਕ ਸਮੇਂ ਦੇ ਵਿੱਚ ਸਾਨੂੰ ਇੱਕ ਡੇਟ ਫਿਕਸ ਦਿੱਤੀ ਗਈ ਹੈ, ਜਿਹੜੀ ਅਸੀਂ ਕਿਹੜੇ ਦਿਨ 'ਤੇ ਕਿਹੜੀ ਡੇਟ 'ਤੇ ਗੁਰੂ ਸਾਹਿਬ ਦਾ ਜਨਮ ਦਿਨ ਅੱਜ ਕੱਲ੍ਹ ਮਨਾ ਰਹੇ ਹਾਂ, ਤਾਂ 5 ਜਨਵਰੀ ਹੈ ਨਾ, ਇਹਨੂੰ ਵੀ ਆਪਾਂ ਧਿਆਨ 'ਚ ਰੱਖਣਾ ਗਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅਗਲਾ ਪ੍ਰਸ਼ਨ ਹੈਗਾ ਜੀ, ਆਧੁਨਿਕ ਸਮੇਂ ਕੁੱਲ ਕਿੰਨੇ ਤਖ਼ਤ ਹਨ? ਠੀਕ ਹੈ ਜੀ, ਕਿੰਨੇ ਤਖ਼ਤ ਨੇ ਜੀ? 5 ਤਖ਼ਤ ਨੇ। ਠੀਕ ਹੈ, ਧਿਆਨ 'ਚ ਰੱਖਣੀਆਂ ਨੇ ਗੱਲਾਂ ਆਪਾਂ ਇਹ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈਗਾ ਗਾ, ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਦਿੱਤੀ, ਠੀਕ ਆ, ਆਪਣੇ ਤੋਂ ਬਾਅਦ ਉਹਨਾਂ ਨੇ ਗੱਦੀ ਕਿਹਨਾਂ ਨੂੰ ਦਿੱਤੀ ਹੈ? ਰਣਜੀਤ ਸਿੰਘ ਨੂੰ, ਬੰਦਾ ਸਿੰਘ ਬਹਾਦਰ ਨੂੰ, ਦਸਮ ਗ੍ਰੰਥ ਨੂੰ, ਜਾਂ ਗੁਰੂ ਗ੍ਰੰਥ ਸਾਹਿਬ ਨੂੰ? ਠੀਕ ਹੈ, ਬੜਾ ਈਜ਼ੀ ਜਿਹਾ ਕੁਐਸਚਨ ਆ, ਸਾਰਿਆਂ ਨੂੰ ਹੀ ਪਤਾ ਹੋਣਾ, ਗੁਰੂ ਗ੍ਰੰਥ ਸਾਹਿਬ ਨੂੰ। ਠੀਕ ਹੈ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਠੀਕ ਹੈ, ਇਹ ਮਤਲਬ ਕਿ ਦੇਹਧਾਰੀ ਗੁਰੂ ਨੂੰ ਉਹਨਾਂ ਨੇ ਫਿਰ ਮਨਾ ਕੀਤਾ ਸੀ ਕਿ ਅੱਜ ਤੋਂ ਬਾਅਦ ਜਿਹੜਾ ਗੁਰੂ ਹੋਵੇਗਾ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਦਾ ਗੁਰੂ ਥਾਪ ਕੇ ਗਏ ਸੀਗੇ। ਸੋ ਇਹ ਸੀਗੀ ਜੀ ਅੱਜ ਦੀ ਵੀਡੀਓ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਪਾਰਟ 2, ਅਤੇ ਪਾਰਟ 1 ਆਪਾਂ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ। ਉਹਦੇ ਵਿੱਚ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ 50 ਪ੍ਰਸ਼ਨ ਹੈ ਜਿਹੜੇ ਉਹ ਲੋਡ ਕਰ ਚੁੱਕੇ ਹਾਂ। ਅਤੇ ਜਿਹੜੇ ਸਾਥੀਆਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀ ਦੇਖੋ, ਅਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ। ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਫਿਰ ਤੁਹਾਡੇ ਲਈ ਕੋਈ ਨਵੀਂ ਵੀਡੀਓ ਹੈ ਜਿਹੜੀ ਉਹ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।